ਵਿਜ਼ਨ ਪੰਜਾਬ ਟੀਵੀ ਵੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜਾਨੀ ਕਿ ਟੋਨੀ ਜੌਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਫਰਾਈਡੇ ਦਾ ਪ੍ਰੋਗਰਾਮ ਲੈ ਕੇ ਸਾਡੀ ਟੀਮ ਜਿਹੜੀ ਜੀ ਤੁਹਾਡੇ ਰੂਬਰੂ ਹੋ ਚੁੱਕੀ ਆ। ਹਮੇਸ਼ਾ ਦੀ ਤਰ੍ਹਾਂ ਹੀ ਕੁਝ ਤੁਹਾਡੀਆਂ ਤੇ ਕੁਝ ਸਾਡੀਆਂ ਗੱਲਾਂ ਬਾਤਾਂ ਜਿੱਥੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਉੱਥੇ ਹੀ ਤੁਹਾਡੇ ਕੋਲ ਕੋਈ ਵੀ ਟੋਰਾਂਟੋ ਨੂੰ ਲੈ ਕੇ ਕੋਈ ਅਪਡੇਟ ਹੋਵੇ, ਕੋਈ ਨਵੀਂ ਨਿਊਜ਼ ਹੋਵੇ ਜਾਂ ਕੋਈ ਵੀ ਤੁਸੀਂ ਸੁਝਾਅ ਦੇਣਾ ਹੋਵੇ ਤਾਂ ਹਮੇਸ਼ਾ ਹੀ ਸਾਡਾ ਨੰਬਰ ਇੱਕੋ ਹੀ ਆ ਜੀ ਸਟੂਡੀਓ ਦਾ। ਇਸ ਨੰਬਰ 'ਤੇ ਤੁਹਾਡੀ ਤੇ ਸਾਡੀ ਜਿਹੜੀ ਸਾਂਝ ਪੈ ਸਕਦੀ ਆ 905 790 90 ਸਾਡਾ ਨੰਬਰ ਆ। ਇਸ ਨੰਬਰ 'ਤੇ ਤੁਸੀਂ ਕਰ ਲੈਣੀ ਆ ਗੱਲਬਾਤ। ਤੇ ਅੱਗੇ ਚੱਲ ਕੇ ਆਪਾਂ ਅੱਜ ਤੁਹਾਡੀ ਜਿਹੜਾ ਬੜਾ ਕੁਛ ਜਿੱਥੇ ਟੋਰਾਂਟੋ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਰੀਓਪਨਿੰਗਾਂ ਜਿਹੜੀਆਂ ਹੋ ਰਹੀਆਂ ਉਹਦੇ 'ਤੇ ਵੀ ਗੱਲਾਂ ਬਾਤਾਂ ਕਰਾਂਗੇ। ਤੇ ਜੇ ਥੋੜ੍ਹਾ ਬਹੁਤਾ ਟਾਈਮ ਹੋਇਆ ਤਾਂ ਹਮੇਸ਼ਾ ਦੀ ਤਰ੍ਹਾਂ ਹੀ ਸਤਪਾਲ ਸਿੰਘ ਜੌਲ ਉਹਨਾਂ ਦੇ ਨਾਲ ਵੀ ਤੁਹਾਨੂੰ ਜੋੜਾਂਗੇ ਤੇ ਨਾਲ ਹੀ ਗੁਰਪ੍ਰੀਤ ਸਿੰਘ ਢਿੱਲੋਂ ਉਹਨਾਂ ਦੇ ਨਾਲ ਵੀ ਆਪਾਂ ਕਾਫੀ ਕੁਛ ਅੱਜ ਗੱਲਾਂ ਬਾਤਾਂ ਕਰਨੀਆਂ ਕਿ ਕੋਵਿਡ-19 ਤੋਂ ਬਾਹਰ ਕਿੱਦਾਂ ਹੌਲੀ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ, ਹੌਲੀ ਗੱਡੀ ਦੁਆਰਾ ਜਿਹੜੀ ਲੀਹ 'ਤੇ ਆ ਰਹੀ ਆ ਤੇ ਉਹਦੇ 'ਤੇ ਵੀ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਪਰ ਤੁਹਾਡੇ ਕੋਲ ਕੋਈ ਵੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨੀ ਹੋਵੇ ਤਾਂ ਨੰਬਰ ਸਟੂਡੀਓ ਦਾ ਤੁਹਾਡੀ ਸਕਰੀਨ 'ਤੇ ਆ। ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਤੇ ਅੱਜ ਆਪਾਂ ਇੱਕ ਦੋ ਗੱਲਾਂ ਬਾਤਾਂ ਤੁਹਾਡੇ ਨਾਲ ਇੱਦਾਂ ਦੀਆਂ ਵੀ ਰੱਖਾਂਗੇ ਕਿ ਜਿਹੜੀਆਂ ਸਾਡੇ ਜਿਹੜੇ ਮੇਨ ਸਪੋਂਸਰ ਆ ਸਵੀਟ ਮਹਿਲ ਤੇ ਸਵੀਟ ਮਹਿਲ ਜਾਂ ਸਾਡੇ ਹੋਰ ਵੀ ਦੋ ਚਾਰ ਜਿਹੜੇ ਮੇਨ ਸਪੋਂਸਰ ਆ ਉੱਥੇ ਅੱਜ ਤੁਹਾਨੂੰ ਲੈ ਕੇ ਜਾਣਾ ਆਪਾਂ ਤੇ ਉੱਥੋਂ ਤੁਹਾਡੇ ਲਈ ਕੁਛ ਨਾ ਕੁਛ ਖਾਣ ਪੀਣ ਦਾ ਬੰਦੋਬਸਤ ਜਿਹੜਾ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਇੱਕ ਦੋ ਸਵਾਲ ਰੱਖਣੇ ਆ। ਉਹ ਸਵਾਲ ਜੇ ਅਗੇ ਤੁਸੀਂ ਸਹੀ ਦੱਸੇ ਤਾਂ ਫਿਰ ਤੁਹਾਨੂੰ ਖਾਣਾ ਪੀਣਾ ਕਰਨਾ ਆ ਤੁਹਾਡਾ ਫ੍ਰੀ। ਤੇ ਆਪਾਂ ਜ਼ਿਆਦੀਆਂ ਗੱਲਾਂ ਬਾਤਾਂ ਨਾ ਕਰਦੇ ਹੋਏ ਹਮੇਸ਼ਾ ਦੀ ਤਰ੍ਹਾਂ ਹੀ ਅਸੀਂ ਦੋਨੋਂ ਭਰਾ ਹਮੇਸ਼ਾ ਤੁਹਾਡੇ ਰੂਬਰੂ ਹੁੰਦੇ ਆ, ਚਾਹੇ ਫਿਰ ਵੀਕਐਂਡ ਦੀ ਗੱਲਬਾਤ ਕਰ ਲਈਏ ਤੇ ਜਾਂ ਕਰ ਲਈਏ ਮੰਡੇ ਟੂ ਫਰਾਈਡੇ ਦੀ ਗੱਲਬਾਤ। ਮੇਰੀ ਮੁਰਾਦ ਹੈ ਜੀ ਹਮੇਸ਼ਾ ਦੀ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਹਾਜ਼ਰੀ ਆ ਥੋੜ੍ਹੀ ਜਿਹੀ ਉਲਟੀ ਲਗਵਾਈ ਆ। ਅੱਗੇ ਹਮੇਸ਼ਾ ਹੀ ਮੇਰੀ ਹਾਜ਼ਰੀ ਲਗਵਾਉਂਦੇ ਆ ਨਰਿੰਦਰ ਜੀ ਸਵਾਲ ਹੋਣੀ, ਅੱਜ ਆਪਾਂ ਉਹਨਾਂ ਦੀ ਹਾਜ਼ਰੀ ਲਗਵਾਉਂਦੇ ਆ। ਨਰਿੰਦਰ ਭਾਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਇੱਕ ਵਾਰੀ ਫਿਰ ਮੇਰੇ ਵੱਲੋਂ ਵਿਜ਼ਨ ਪੰਜਾਬ ਟੀਵੀ ਦੇ ਨਾਲ ਜੁੜੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ। ਬਿਲਕੁਲ ਜੌਲ ਸਾਹਿਬ ਅੱਜ ਹਾਜ਼ਰੀ ਜਿਹੜੀ ਆ ਜੀ ਉਹ ਉਲਟੀ ਦਿਸ਼ਾ ਦੇ ਵਿੱਚੋਂ ਜਿਹੜੀ ਆ ਉਹ ਲੱਗੀ ਆ। ਸੋ ਤੁਸੀਂ ਜਿਹੜਾ ਕਰਾਤਾ ਬਿਲਕੁਲ, ਕਿਉਂਕਿ ਅਸੀਂ ਅਨਾਉਂਸ ਕੀਤਾ ਸੀਗਾ ਕਿ ਵੀਰਵਾਰ ਦਾ ਜਿਹੜਾ ਪ੍ਰੋਗਰਾਮ ਆ ਨਾ, ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਰੂਪ ਰੇਖਾ ਦਿਆ ਕਰਨੀ ਆ ਮਨੋਰੰਜਨ ਨੂੰ। ਔਰ ਮਨੋਰੰਜਨ ਦੇ ਵਿੱਚ ਦੇਖੋ ਜੀ ਸਾਡੇ ਜਿਹੜੇ ਸਪਾਂਸਰਸ ਵੀ ਆ ਉਹ ਸਾਡੀ ਟੀਮ ਦੇ ਮੈਂਬਰ ਆ, ਸਾਡੇ ਭਰਾ ਆ। ਹੁਣੇ ਥੋੜ੍ਹੀ ਦੇਰ ਪਹਿਲਾਂ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ ਸੀਗਾ, ਪ੍ਰੋਗਰਾਮ ਕਰਨ ਤੋਂ ਪਹਿਲਾਂ ਜਿਹੜਾ ਸੁੱਖਾ ਵੀਰ ਆ ਜੀ, ਹਾਂਜੀ ਸੁਖਰਾਜ ਕੰਗ, ਹਾਂਜੀ ਸਟੂਡੀਓ ਦੇ ਵਿੱਚ ਆਏ ਹੋਏ ਸੀਗੇ। ਸੋ ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕਰਕੇ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਵੱਲੋਂ ਦੇਖੋ ਪ੍ਰੋਮਿਸ ਜਿਹੜਾ ਕਰ ਦਿੱਤਾ ਗਿਆ ਵੀ ਤੁਸੀਂ ਕੋਈ ਵੀ ਜਿਹੜੀ ਬਾਤ ਆ ਜਾਂ ਕੋਈ ਵੀ ਸਵਾਲ ਆ ਜੇ ਉਹਦਾ ਕੁਛ ਵੀ ਤੁਸੀਂ ਜਿਹੜਾ ਜੀ ਉਹ ਆਪਣੇ ਰੈਸਟੋਰੈਂਟ ਉਹਨਾਂ ਦੇ ਵੱਲੋਂ ਜਿਹੜਾ ਕੱਢ ਦਿੱਤਾ ਜਾਇਆ ਕਰੇਗਾ। ਮੰਗਾ ਭਾਜੀ ਦੇਖੋ ਜੀ ਇੱਕ ਬੜੇ ਮਾਣ ਵਾਲੀ ਗੱਲ ਹੁੰਦੀ ਆ ਸਾਡੇ ਲਈ ਵੀ, ਚਾਹੇ ਸਾਡੀ ਟੀਮ ਵਿਨੀਪੈਗ ਦੇ ਵਿੱਚ ਬੈਠੀ ਆ, ਚਾਹੇ ਇੰਡੀਆ ਬੈਠੀ ਆ ਜਾਂ ਫਿਰ ਤੁਹਾਡੇ ਰੂਬਰੂ ਟੋਰਾਂਟੋ ਦੇ ਵਿੱਚ ਬੈਠੀ ਆ। ਮੇਰਾ ਇੱਕ ਹਮੇਸ਼ਾ ਹੀ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਨਾ, ਮੇਰੀ ਇੱਕ ਆਦਤ ਆ ਮੈਂ ਪੁੱਛਣਾ ਜ਼ਰੂਰ ਆ। ਆਪਾਂ ਵੀ ਕੋਈ ਦੋਨੋਂ ਵੀਰਾਂ ਨੇ ਕੰਮ ਕਰਨਾ ਹੋਵੇ ਜਾਂ ਟੀਮ ਦੇ ਵਿੱਚ ਕੋਈ ਚੇਂਜ ਆਫ ਹੁੰਦੀ ਆ, ਅਪ ਡਾਊਨ ਹੁੰਦੀ ਆ, ਤਾਂ ਮੈਂ ਹਮੇਸ਼ਾ ਹੀ ਰਾਜੂ ਭਾਜੀ ਨੂੰ ਕਾਲ ਕਰਦਾ ਹੁੰਦਾ, ਭਾਜੀ ਆਪਾਂ ਇੱਦਾਂ ਕਰ ਲਈਏ। ਉਹ ਭਾਜੀ ਕਹਿੰਦੇ ਹੁੰਦੇ ਯਾਰ ਕੁਛ ਤਾਂ ਆਪ ਕਰ ਲਿਆ ਕਰੋ। ਮੈਂ ਕਿਹਾ ਨਹੀਂ ਜੀ, ਇੱਕ ਆਦਤ ਜਿਹੜੀ ਆ ਉਹ ਬੜੀ ਜ਼ਰੂਰੀ ਆ ਕਿ ਪੁੱਛਣਾ। ਪੁੱਛਣ ਦੇ ਵਿੱਚ ਕੁਛ ਨਾ ਕੁਛ ਤੁਹਾਨੂੰ ਨਵਾਂ ਜ਼ਰੂਰ ਮਿਲ ਜਾਂਦਾ। ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਤੁਹਾਡੀਆਂ ਕਾਲਾਂ ਜਿਹੜੀਆਂ ਨਾ ਉਹ ਸਾਡੇ ਲਈ ਇੱਕ ਟੌਨਿਕ ਦਾ ਕੰਮ ਕਰਦੀਆਂ। ਚਾਹੇ ਚੰਗੀ ਕਾਲ ਹੋਵੇ, ਚਾਹੇ ਕੁਛ ਦੱਸਣ ਵਾਲਾ ਹੋਵੇ, ਕੁਛ ਵੀ ਹੋਵੇ, ਉਹ ਕਾਲਾਂ ਤੁਹਾਡੀਆਂ ਤਾਂ ਵਧੀਆ ਲੱਗਦੀਆਂ ਕਿ ਉਹਨਾਂ ਦੇ ਵਿੱਚੋਂ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਆ। ਤੇ ਮੈਂ ਜਦੋਂ ਸੁੱਖੇ ਵੀਰੇ ਨਾਲ ਗੱਲਬਾਤ ਕੀਤੀ, ਮੈਂ ਕਿਹਾ ਬਈ ਅਸੀਂ ਕਈ ਵਾਰੀ ਬਾਤ ਪਾਈ ਦੀ ਕਈ ਵਾਰੀ ਕੋਈ ਸਵਾਲ ਪਾ ਦਈਦਾ ਆ। ਤੇ ਮੈਂ ਹਲੇ ਇੰਨੀ ਗੱਲ ਕਹਿ ਨਹੀਂ ਲੱਗਾ ਕਿ ਮੈਂ ਕਿਹਾ ਵੀ ਕੱਲ ਰਾਜੂ ਭਾਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਕਿੱਦਾਂ, ਤੇ ਉਹ ਕਹਿੰਦਾ ਯਾਰ ਪੁੱਛਣਾ ਕੀ ਆ, ਕਰ ਦਿਆ ਕਰੋ ਤੁਸੀਂ ਭਾਵੇਂ 2 4 5 10 ਦੱਸੋ ਕਿੰਨੇ ਕੁ ਤੱਕ ਜਾਣਾ। ਬਿਲਕੁਲ ਜੀ, ਜਿਹੜੀ ਸਾਡੀ ਵਿਨੀਪੈਗ ਪਰਿਵਾਰ ਬੈਠੇ ਉਹਨਾਂ ਲਈ ਉੱਥੋਂ ਅਸੀਂ ਕਢਾ ਦਿਆ ਕਰਨਾ ਹੈ ਤੇ ਜਿਹੜੇ ਇੱਥੇ ਪਰਿਵਾਰ ਬੈਠੇ ਉਹਨਾਂ ਦੇ ਲਈ ਅਸੀਂ ਇੱਥੋਂ ਕਢਾ ਦਿਆ ਕਰਨਾ ਹੈ। ਆਪਾਂ ਇੱਕ ਦੋ ਚੀਜ਼ਾਂ ਜਿਹੜੀਆਂ ਔਖੀਆਂ ਹੋਣੀਆਂ ਕਿ ਜੇ ਕੋਈ ਅਮਰੀਕਾ 'ਚ ਬੈਠਾ ਜਾਂ ਕੋਈ ਯੂਰਪ 'ਚ ਬੈਠਾ, ਉੱਧਰ ਵੀ ਆਪਾਂ ਕੋਈ ਨਾ ਕੋਈ ਲੱਜ ਲੈਣਾ ਹੈ, ਉੱਥੇ ਵੀ ਇਹਨਾਂ ਦੇ ਲਈ ਕਢਾ ਦਾਂਗੇ। ਤੇ ਸਾਡਾ ਖੁਦ ਦਾ ਪ੍ਰੋਡਕਟ ਹੈ ਜੀ IPTV ਪ੍ਰੋਡਕਟ, ਜਿਹੜਾ ਜੀ ਟੋਨੀ ਜੌਲ IPTV ਪ੍ਰੋਡਕਟ ਦੇ ਨਾਂ ਦੇ ਥੱਲੇ ਅਸੇ ਆ। ਅਸੀਂ ਉੱਥੋਂ ਵੀ ਕੁਛ ਨਾ ਕੁਛ ਜਿਹੜਾ ਜੀ ਤੁਹਾਨੂੰ ਦੇ ਦੇਣਾ ਆ। ਸਾਡਾ ਪ੍ਰੀਤ ਵੀਰ ਰੱਖੜਾ ਉਹਨਾਂ ਦੇ ਪ੍ਰੋਡਕਟ ਜੋ ਕੁਛ ਨਾ ਕੁਛ ਸਾਡੇ ਸਾਰੇ ਹੀ ਅਸੀਂ, ਮੈਂ ਖੁਦ ਡਰਾਈਵਿੰਗ ਨਾਲ ਰਿਲੇਟਡ ਆ, ਕਿਸੇ ਨਾ ਕਿਸੇ ਪਾਸੇ ਅਸੀਂ ਤੁਹਾਨੂੰ ਕੁਛ ਨਾ ਕੁਛ ਦੇ ਦਿਆ ਕਰਨਾ ਬਿਲਕੁਲ। ਕਿਉਂਕਿ ਮੈਂ ਤੇ ਸਖਰਾਜ ਐਕਚੁਅਲੀ
ਅਸੀਂ ਜਿਮ ਇਕੱਠੇ ਕਰਦੇ ਰਹੇ ਹਾਂ, ਹਾਂਜੀ। 2.5-3 ਸਾਲ ਅਸੀਂ ਇਕੱਠਿਆਂ ਜਿਮ ਕੀਤਾ, ਤੇ ਸਗਰਾਜ ਮੈਨੂੰ ਕਹਿੰਦਾ ਤੂੰ ਤਾਂ ਫਿੱਟ ਹੀ ਰੱਖਿਆ ਯਾਰ। ਹਾਂਜੀ। ਮੈਂ ਕਿਹਾ ਬਸ, ਮੈਂ ਕਿਹਾ ਹੁਣ ਤਾਂ ਜਿਮ ਛੱਡੇ ਨੂੰ ਬੜੀ ਦੇਰ ਹੋ ਗਈ ਮੈਨੂੰ, ਪਰ ਮੈਂ ਕਿਹਾ ਖਾਣ ਦੇ ਉੱਤੇ ਥੋੜਾ ਜਿਹਾ ਕੰਟਰੋਲ ਰੱਖਿਆ ਆ। ਬਿਲਕੁਲ ਮੈਂ ਕਿਹਾ ਭਾਜੀ ਦੇਖੋ ਮੈਂ ਉਹੀ ਕਹਿੰਦਾ ਕਿ ਜਦੋਂ ਵੀ ਚਾਹੇ ਸੁਖਰਾਜ ਵੀਰੇ ਦੀ ਗੱਲਬਾਤ ਕਰ ਲਵਾਂ ਜਾਂ ਆਪਣੇ ਬਿਲਕੁਲ ਗੁਆਂਢ ਦੇ ਵਿੱਚ ਆ ਨੈਸ਼ਨਲ ਸਵੀਟ ਦੀ ਗੱਲਬਾਤ ਕਰ ਲਈਏ, ਇੰਨਾ ਕੁ ਮਾਣ ਹੈ ਇਹਨਾਂ ਵੀਰਾਂ ਤੇ ਕਿ ਜਦੋਂ ਕੁਝ ਕਹਿ ਦਿੰਦੇ ਆ ਨਾ ਤਾਂ ਕਦੀ ਵੀ ਇਹਨਾਂ ਨੇ ਇਹ ਨਹੀਂ ਕਿਹਾ ਕਿ ਆਪਾਂ ਇਦਾਂ ਨਹੀਂ ਕਰਨੀ। ਇਸੇ ਤਰ੍ਹਾਂ ਸਾਡੇ ਟੀਮ ਦੇ ਮੈਂਬਰ ਆ ਜੀ ਸਿਮਰਨ ਸੈਣੀ ਆ, ਸੁਖਾ ਕੁਇਕ ਟਾਇਰ ਰਿਪੇਅਰ ਸੈਂਟਰ ਤੋਂ ਆ, ਕਿਸੇ ਵੀ ਮੈਂ ਕਿਹਦਾ ਨਾਂ ਲਵਾਂ, ਫਲਕਨ ਤੋਂ ਜਰਨੈਲ ਭਾਜੀ ਹੋਣੀ ਆ, ਇਸ ਤਰ੍ਹਾਂ ਬਹੁਤ ਸਾਰੇ ਸਾਡੇ ਜਿਹੜੇ ਆ ਬਿਜ਼ਨਸਮੈਨ ਵੀਰ ਆ। ਕਦੀ ਵੀ ਕੋਈ ਗੱਲਬਾਤ ਹੁੰਦੀ ਆ ਤੇ ਕਦੀ ਇਦਾਂ ਨਹੀਂ ਹੋਇਆ ਕਿ ਵੀ ਉਹਨਾਂ ਨੇ ਕਿਹਾ ਹੋਵੇ ਨਾ। ਮੈਂ ਇੱਕ ਗੱਲ ਔਨ 에ਅਰ ਅੱਜ ਇੱਕ ਸਾਂਝੀ ਕਰ ਦਿੰਦਾ। ਮੈਂ ਕਿਹਾ ਭਾਜੀ 2-3 ਸਾਲ ਪਹਿਲਾਂ ਇੱਕ ਮੈਂ ਸ਼ੋਅ ਕਰਵਾਇਆ ਸੀ ਆਰ ਫਲੋਹਾਰ ਉਹਨਾਂ ਦਾ, ਤੇ ਮੈਂ ਨਵਾਂ ਸੀ ਇਸ ਕਿੱਤੇ ਦੇ ਵਿੱਚ, ਤੇ ਮੈਂ ਸਭ ਤੋਂ ਪਹਿਲਾਂ ਫਾਲਕਨ ਮੋਟਰਸ ਕੋਲ ਗਿਆ ਸੀਗਾ, ਤੇ ਮੈਂ ਕਿਹਾ ਭਾਜੀ ਇੱਦਾਂ ਦਾ ਸ਼ੋਅ ਆ, ਤੇ ਭਾਜੀ ਉਹਨੇ ਵੀ ਬੜੇ ਖੁੱਲ੍ਹਦੇ ਲਿਆ, ਤੇ ਉਹ ਮੈਨੂੰ ਕਹਿੰਦੇ ਵੀ ਕਿੰਨੇ ਕੁ ਦਾ ਇਹ ਬਜਟ ਕਿੰਨੇ ਕੁ ਦਾ ਹੋਊਗਾ। ਮੈਂ ਕਿਹਾ ਜੀ ਹੋ ਸਕਦਾ 1.5 ਲੱਖ ਦੇ ਗੇੜ ਹੋਣਾ, ਤੇ ਮੈਨੂੰ ਕਹਿੰਦੇ ਵੀ ਆਪਾਂ ਨਾ ਹਾਜ਼ਰੀ ਦੱਸੋ ਕਿੰਨੇ ਕੁ ਦੀ ਲਾਉਣੀ ਆ, ਪਰ ਇੱਕ ਚੈੱਕ ਮੈਨੂੰ ਉਹਨੇ ਲੈ ਕੇ ਦੇ ਦਿੱਤਾ ਮੰਗਾ ਭਾਜੀ, ਜਿਹਦੇ ਤੇ ਥੱਲੇ ਸਾਈਨ ਕੀਤੇ ਹੋਏ ਸੀ, ਤੇ ਮੈਨੂੰ ਕਹਿੰਦੇ ਆ ਲੈ ਚੈੱਕ, ਤੇ ਜੋ ਵੀ ਘਾਟਾ ਵਾਧਾ ਹੈ ਇਹਦੇ ਤੋਂ ਕਰ ਲਈ। ਉਹ ਮੈਂ ਅੱਜ ਵੀ ਚੈੱਕ ਸਾਂਭ ਕੇ ਰੱਖਿਆ ਹੋਇਆ ਆ। ਜਦੋਂ ਕੋਈ ਸਾਡੇ ਸਪਾਂਸਰ ਇੰਨੇ ਮਾਣ ਵਾਲੀ ਕੋਈ ਗੱਲਬਾਤ ਹੋ ਜਾਂਦੀ ਹੈ ਨਾ, ਤਾਂ ਫਿਰ ਆਪਣੇ ਵੱਲੋਂ ਵਿੱਚ ਫੁੱਲੇ ਨਹੀਂ ਸਮਾਉਂਦੇ ਅਸੀਂ ਵੀ। ਤਾਂ ਇਸੇ ਤਰ੍ਹਾਂ ਕੋਈ ਵੀ ਅੱਜ ਜਿਹੜੀ ਬਾਤ ਹੈ ਜਾਂ ਕੋਈ ਵੀ ਸਵਾਲ ਤੁਹਾਡੇ ਅੱਗੇ ਅਸੀਂ ਰੱਖਾਂਗੇ, ਤਾਂ ਸਵੀਟ ਮਹਿਲ ਵੱਲੋਂ ਤੁਸੀਂ 1 ਜਾਣੇ 2 ਜਾਣੇ ਬਿਲਕੁਲ ਥਾਲੀ ਉਹਨਾਂ ਵੱਲੋਂ ਅਸੀਂ ਤੁਹਾਨੂੰ ਫ੍ਰੀ ਦੇਣੀ ਆ, ਤੇ ਤੁਸੀਂ ਉਹ ਕਿਉਂਕਿ ਤੁਹਾਨੂੰ ਵੀ ਪਤਾ ਹੀ ਆ ਕਿ ਸਿਟਿੰਗ ਜਿਹੜੀ ਆ ਉਹ ਅਜੇ ਪੋਸੀਬਿਲਿਟੀ ਨਹੀਂ ਗੀ, ਪਰ ਉਹ ਥਾਲੀ ਤੁਸੀਂ ਘਰ ਲਿਜਾ ਕੇ ਖਾ ਸਕਦੇ ਆ। ਪਰ ਸਾਡੇ ਵੱਲੋਂ ਸਪਾਂਸਰ ਹੋਵੇਗੀ, ਤੁਸੀਂ ਕੁਝ ਦੱਸਣਾ ਤੇ ਸਵੀਟ ਮਹਿਲ ਤੇ ਜਾ ਕੇ ਤੁਸੀਂ ਉਹ ਥਾਲੀ ਖਾਣੀ ਆ। ਤੇ ਮੰਗਾ ਭਾਜੀ ਆਪਾਂ ਜਿੱਥੇ ਸਵੀਟ ਮਹਿਲ ਦੀ ਗੱਲਬਾਤ ਕੀਤੀ ਆ, ਉੱਥੇ ਹੀ ਹਰ ਰੋਜ਼ ਇੱਕ ਅਸੀਂ ਸ਼ਬਦ ਜ਼ਰੂਰ ਇੱਥੇ ਕਹਿ ਕੇ ਜਾਂਦੇ ਆ ਕਿ ਸਟੂਡੈਂਟ। ਮੈਂ ਹਮੇਸ਼ਾ ਇੱਕ ਗੱਲ ਨਾਲ ਇਹ ਵੀ ਕਹਿੰਦਾ ਕਿ ਸਾਰੇ ਸਟੂਡੈਂਟ ਨਾ ਤਾਂ ਮਾੜੇ ਆ ਤੇ ਨਾ ਹੀ ਸਾਰੇ ਸਟੂਡੈਂਟ ਚੰਗੇ ਆ, ਪਰ ਆਟੇ ਦੇ ਨਾਲ ਜਿਹੜਾ ਪ੍ਰੇਥਣ ਬਹੁਤ ਜਣਿਆਂ ਨੂੰ ਲੱਗ ਰਿਹਾ ਆ। ਮੇਰਾ ਖਿਆਲ ਆ ਕਿ ਟੋਰਾਂਟੋ ਦੇ ਵਿੱਚ ਬਹੁਤ ਭੈਣ ਭਰਾਵਾਂ ਨੇ ਇਹ ਨੰਬਰ ਪਲੇਟ ਦੇਖੀ ਹੋਣੀ ਹੈ ਸੂਬੇਦਾਰ। ਯਾਰ ਲੋਕਾਂ ਦਾ ਇੱਥੇ ਤੱਕ ਵੀ ਲੈ ਦਿੱਤਾ, ਕਹਿੰਦੇ 에ਅਰਪੋਰਟ ਤੇ ਕਾਟਰੇਲ ਦੇ ਏਰੀਆ ਦੇ ਵਿੱਚ ਰਹਿੰਦੀ ਹੈ। ਦੇਖ ਲਓ ਜੀ। ਹਾਂਜੀ। ਤੇ ਲੋਕਾਂ ਨੂੰ ਇਹ ਵੀ ਪਤਾ ਆ ਸੂਬੇਦਾਰ ਵਾਲੀ ਨੰਬਰ ਪਲੇਟ ਜਿਹੜੀ ਆ ਜੀ, ਪੁਲਿਸ ਲੱਭ ਰਹੀ ਆ ਉਹਨੂੰ। ਲਾਜ ਲਵਾਤੀ ਸੂਬੇਦਾਰ ਦੇ ਨਾਲ, ਸੂਬੇਦਾਰ ਵੀ ਰੋਲ ਦਿੱਤਾ ਜੀ। ਸੂਬੇਦਾਰ ਦਾ ਰੋਹਬ ਹੁੰਦਾ ਹੀ ਪਿੰਡ ਦੇ ਵਿੱਚ, ਕਹਿੰਦੇ ਜੀ ਸੂਬੇਦਾਰ ਪੈਨਸ਼ਨ ਆਇਆ, ਇਹ ਬੰਦਾ ਸੂਬੇਦਾਰ ਆ, ਤੇ ਅੱਜ ਲਿਖ ਕੇ ਦੇਖਣ ਨੂੰ ਇਹ ਮਿਲਦਾ ਸੂਬੇਦਾਰ ਅੰਡਰਗਰਾਉਂਡ ਹੋ ਗਿਆ। ਦੇਖੋ ਜੀ ਟੋਰਾਂਟੋ ਪੁਲਿਸ ਆ, ਕਿੱਥੇ ਜਾਣਾ ਕਿੱਥੇ ਆ ਜੀ, ਆਪ ਤੁਸੀਂ ਪੁਲਿਸ ਕੋਲ ਚੱਲ ਜਾਓਗੇ ਮੇਰਾ ਖਿਆਲ। ਪੀਲ ਹਾਂਜੀ ਪੀਲ ਪੁਲਿਸ ਹੈ ਪਿੱਛੇ ਪਈ ਕੋਈ ਵੀ ਪੁਲਿਸ ਹੋਵੇ ਜੀ, ਨਹੀਂ ਕਿੱਥੇ ਛੱਡਣਾ। ਪਰ ਇੱਕ ਗੱਲ ਆ ਮੰਗਾ ਭਾਜੀ, ਦੇਖੋ ਜਦੋਂ ਤੁਹਾਡੇ ਕੋਲੋਂ ਕੋਈ ਗਲਤੀ ਹੁੰਦੀ ਹੈ ਨਾ, ਦੇਖੋ ਸ਼ਾਇਦ ਬੱਚਿਆਂ ਨੂੰ ਇਸ ਗੱਲ ਦਾ ਨਾ ਪਤਾ ਹੋਵੇ, ਕਿਉਂਕਿ ਅੱਜ ਕੱਲ ਹਰ ਇੱਕ ਜਗ੍ਹਾ ਕੈਮਰੇ ਲੱਗੇ ਹੋਏ ਆ, ਹਰ ਇੱਕ ਦੀ ਗੱਡੀ ਦੇ ਮੂਹਰੇ ਵੀ ਕੈਮਰਾ ਮੋਸਟ ਆਫ ਦੈਮ ਜਿਹੜਾ ਲਟਕ ਰਿਹਾ ਆ। ਜਾਣਾ ਕਿੱਥੇ ਆ, ਪੁਲਿਸ ਦੇ ਕੋਲ ਜਾਵੋ, ਆਪਣੀ ਗਲਤੀ ਮੰਨੋ। ਹੋ ਸਕਦਾ ਕਿ ਜਿੱਥੇ ਤੁਹਾਨੂੰ ਇਹ ਫਾਈਨ ਜਿਹੜਾ ਆ $1000 ਜਾਂ 2000 ਦਾ ਹੋਣਾ, ਉਹ ਥੋੜ੍ਹਾ ਜਿਹਾ ਘੱਟ ਜਾਵੇ। ਦੂਜੇ ਬੰਨੇ ਗੱਡੀ ਤਾਂ ਉਹਨੇ ਹੁਣ ਰੱਖਣੀ ਆ ਜੋ ਕੁਝ ਤੁਸੀਂ ਕੀਤਾ ਵੀ। ਦੇਖੋ ਮੰਗਾ ਭਾਜੀ ਕਿ ਆਪਣੇ ਇੱਥੇ ਪਲਾਜ਼ੇ ਵਿੱਚ ਵੀ ਇਹ ਚੀਜ਼ ਹੋ ਚੁੱਕੀ ਆ। ਤੁਸੀਂ ਰੋਡ ਦੇ ਉੱਪਰ ਜਾ ਰਹੇ ਆ, ਕਿਹੜੀ ਤੁਹਾਡੇ ਬਿਫਤਾ ਪਈਓ ਆ ਕਿ ਗੱਡੀ ਦੇ ਟਾਇਰਾਂ ਦੀ ਐਨ ਅੱਗ ਕੱਢ ਰਹੇ ਆ। ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਇਹ ਸਟੂਡੈਂਟ ਕੀ ਪ੍ਰੂਵ ਕਰਨਾ ਚਾਹੁੰਦੇ ਆ। ਗੱਡੀ ਦੀ $500 ਜਿਹੜੀ ਕਿਸ਼ਤ ਆ, 3 ਮਹੀਨੇ ਬਾਅਦ ਫਿਰ ਗੱਡੀਆਂ ਜਦੋਂ ਚੱਕ ਹੁੰਦੀਆਂ ਉਦੋਂ ਵੀ ਪਤਾ ਨਹੀਂ ਕਿੱਥੇ ਜਾਂਦੇ ਆ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹਦੇ ਤਾਂ ਬਾਪ ਦੇ 10 ਨੌਹਾਂ ਦੀ ਕਮਾਈ ਦੇ ਵਿੱਚੋਂ ਪੈਸੇ ਲੈ ਕੇ ਜਿਹੜਾ ਬੱਚਾ ਇੱਥੇ ਆਇਆ ਆ, ਉਹ ਕਦੀ ਵੀ ਇਦਾਂ ਟਾਇਰਾਂ ਨੂੰ ਘਸਾਊਗਾ ਨਹੀਂ। ਉਹ ਬੜੇ ਉਹਨੂੰ ਪਤਾ ਹੈ ਕਿ ਟਾਇਰ ਕਿੰਨੇ ਮਹਿੰਗੇ ਆ ਤੇ ਕਿੰਨੇ ਮਿਹਨਤ ਕਰਨ ਤੋਂ ਬਾਅਦ ਮੈਨੂੰ ਇਹ ਟਾਇਰ ਜਿਹੜੇ ਆ ਉਹ ਪਵਾਉਣੇ ਪੈਣੇ ਆ। ਸੋ ਜਿਨ੍ਹਾਂ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਜਿਹੜੇ ਪੈਸੇ ਟਰਾਂਸਫਰ ਹੋ ਜਾਂਦੇ ਆ, ਇੱਕ ਫੋਨ ਕਾਲ ਕਰਦੇ ਆ ਤੇ ਮੰਮੀ ਜੀ ਡੈਡੀ ਜੀ ਮੈਨੂੰ ਪੈਸੇ ਚਾਹੀਦੇ ਆ, ਮੰਮੀ ਜੀ ਡੈਡੀ ਜੀ ਮੈਨੂੰ ਪੈਸੇ ਚਾਹੀਦੇ ਆ, ਇੰਨੇ ਪੈਸੇ ਭੇਜ ਦਿਓ। ਧੋਖੇ ਦੇ ਨਾਲ ਉਹ ਮੈਂ ਕਈ ਸਟੂਡੈਂਟਸ ਨੂੰ ਇੱਦਾਂ ਨੂੰ ਜਾਣਦਾ ਜਿਹੜੇ ਆਪਣੇ ਮਾਪੇ ਤੋਂ ਚੋਰੀ ਔਰ ਧੋਖੇ ਦੇ ਨਾਲ ਜਿਹੜੇ ਆ ਉਹ ਪੈਸੇ ਮੰਗਾ ਰਹੇ ਆ ਇੱਥੇ ਨੂੰ। ਖਾਸ ਕਰਕੇ ਜਦੋਂ ਉੱਥੋਂ ਮਾਪੇ ਪੈਸੇ ਭੇਜਦੇ ਆ, ਮਾਪੇ ਨੂੰ ਵੀ ਦੇਖਣਾ ਚਾਹੀਦਾ ਆ ਕਿ ਦੇਖੋ, ਮੈਂ ਪਹਿਲਾਂ ਕਹਿੰਦਾ ਹੁੰਦਾ ਆ ਕਿ ਤੁਸੀਂ ਪੈਸੇ ਦੇ ਨਾਲ ਬਹੁਤ ਕੁਝ ਖਰੀਦ ਸਕਦੇ ਹੋ, ਪਰ ਪੈਸੇ ਦੇ ਨਾਲ ਜ਼ਿੰਦਗੀਆਂ ਨਹੀਂ ਖਰੀਦੀਆਂ ਜਾਂਦੀਆਂ ਕਦੀ ਵੀ। ਤੁਹਾਡੀ ਖੁਦ ਦੀ ਜ਼ਿੰਦਗੀ ਜਾਂ ਤੁਹਾਡੇ ਹੱਥੋਂ ਕਿਸੇ ਦੀ ਗਈ ਜ਼ਿੰਦਗੀ ਜਿਹੜੀ ਆ ਉਹ ਤੁਹਾਡੇ ਮਾਂ-ਬਾਪ ਦੇ ਪੈਸੇ ਨਾਲ ਜਾਂ ਤੁਹਾਡੇ ਮਾਂ-ਬਾਪ ਦੇ ਅਸਰ ਰਸੂਖ ਦੇ ਨਾਲ ਉਹ ਕਦੀ ਵੀ ਵਾਪਸ ਨਹੀਂ ਆਉਣੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ। ਤੁਸੀਂ ਕੱਲ੍ਹ ਨੂੰ ਜਾ ਕੇ ਕੱਲ੍ਹ ਨੂੰ ਵੱਡੇ ਹੋ ਕੇ ਵਧੀਆ ਸਮਾਜ ਸਿਰਜਣਾ ਆ। ਸੋ ਤੁਸੀਂ ਕੀ ਸਮਾਜ ਸਿਰਜੋਗੇ, ਕੀ ਲੋਕਾਂ ਨੂੰ ਤੁਸੀਂ ਕੀ ਆਪਣੇ ਬੱਚਿਆਂ ਨੂੰ ਜਿਹੜੀ ਆ ਉਹ ਸੇਧ ਦਿਓਗੇ। ਮੈਂ ਕਹਿੰਦਾ ਅਸੀਂ ਸ਼ਰਾਰਤਾਂ ਜ਼ਿੰਦਗੀ ਦੇ
ਵਿੱਚ ਬਹੁਤ ਕੀਤੀਆਂ। ਜਿੰਨੇ ਕੁ ਪ੍ਰੋਗਰਾਮ ਮੇਰੇ ਖਿਆਲ ਦੇਖਦੇ ਹੋਣੇ ਆ ਮੇਰੇ ਜਾਣ ਦੇ ਜਿੰਨੇ ਕੁ ਮੇਰੇ ਟਾਈਮ ਦੇ ਪੜ੍ਹਦਿਆਂ ਦੇ ਟਾਈਮ ਦੇ ਉੱਤੇ ਸਕੂਲ ਕਾਲਜ ਦੇ ਟਾਈਮ ਦੇ ਉੱਤੇ ਬਹੁਤ ਸ਼ਰਾਰਤਾਂ ਕੀਤੀਆਂ, ਪਰ ਕਦੀ ਵੀ ਇਹੋ ਜਿਹੀਆਂ ਸ਼ਰਾਰਤਾਂ ਨਹੀਂ ਕੀਤੀਆਂ ਕਿ ਉਹਨਾਂ ਸ਼ਰਾਰਤਾਂ ਦੇ ਨਾਲ ਕਮਿਊਨਿਟੀ ਦਾ ਸਿਰ ਨੀਵਾਂ ਹੋਵੇ ਜਾਂ ਮਾਂ ਪਿਓ ਨੂੰ ਜਿਹੜਾ ਆਪਣੀਆਂ ਅੱਖਾਂ ਕਦੀ ਨੀਵੀਆਂ ਕਰਨੀਆਂ ਪਈਆਂ। ਹੁਣ ਸ਼ਰਾਰਤਾਂ ਦੇ ਵੀ ਜਿਹੜੇ ਆ ਉਹ ਢੰਗ ਤਰੀਕੇ ਹੁੰਦੇ ਆ। ਹੁਣ ਤੁਸੀਂ ਉਹ ਦੇਖੋ ਗੱਡੀ ਜਦੋਂ ਵੀ ਕਿਤੇ ਉਸ ਗੱਡੀ ਦੀ ਜਿੱਥੇ ਜਿੱਥੇ ਵੀਡੀਓ ਗਈ ਹੋਵੇਗੀ ਉਸ ਵੀਡੀਓ ਨੂੰ ਦੇਖ ਕੇ ਹਰੇਕ ਬੰਦੇ ਨੇ ਇਹੀ ਕਿਹਾ ਹੋਊਗਾ ਵੀ ਇਹ ਕੌਮ ਜਿਹੜੀ ਆ ਪੰਜਾਬੀਆਂ ਨੇ ਗੰਦ ਪਾਤਾ। ਹਾਂਜੀ ਬਿਲਕੁਲ। ਹੁਣ ਜਦੋਂ ਪਹਿਲਾਂ ਕਹਿੰਦੇ ਸੀ ਵੀ ਸਾਨੂੰ ਤੁਸੀਂ ਸਾਡਾ ਨਾਂ ਲੈ ਕੇ ਕਹਿੰਦੇ ਆ ਜੀ ਤੁਸੀਂ ਗੰਦ ਪਾਤਾ, ਹੁਣ ਉੱਥੇ ਕੀ ਕਹੋਗੇ ਪੰਜਾਬੀਆਂ ਨੇ ਗੰਦ ਪਾਤਾ। ਜਿਹੜੀ ਦੂਜੀ ਕਮਿਊਨਿਟੀ ਤਾਂ ਇਹੀ ਕਹਿੰਦੀ ਆ, ਤੇ ਜਿਹੜੀ ਪੰਜਾਬੀ ਕਮਿਊਨਿਟੀ ਆ ਤੇ ਉਹ ਫਿਰ ਸਿੱਧਾ ਕਹਿ ਦਿੰਦੀ ਆ ਫਲਾਨਿਆਂ ਨੇ ਗੰਦ ਪਾਤਾ। ਬਿਲਕੁਲ ਜੀ। ਔਰ ਮੰਗਾ ਭਾਜੀ ਇੱਕ ਗੱਲ ਮੈਂ ਹੋਰ ਸਾਂਝੀ ਕਰ ਦਿੰਦਾ ਜੀ ਕਿ ਸਾਡਾ ਆਪਣਾ ਹੀ ਵਿਨੀਪੈਗ ਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਰੈਸਟੋਰੈਂਟ ਆ ਸਾਡੇ। ਕਲੇਓਮਨ ਰੈਸਟੋਰੈਂਟ ਜਿਹੜਾ ਜੀ ਸਾਡਾ, ਉਹਦੇ ਵੱਲੋਂ ਵੀ ਫੂਡ ਜਿਹੜਾ ਅਸੀਂ ਸਪਾਂਸਰ ਕਰਾਂਗੇ, ਕਿਉਂਕਿ ਜਿਹੜੀਆਂ ਥਾਲੀਆਂ ਤਾਂ ਅਸੀਂ ਇੱਥੋਂ ਕਰਾਂਗੇ ਬਾਤ ਇੱਕ ਫਿਰ। ਹਾਂਜੀ ਬਿਲਕੁਲ ਜੀ, ਬਾਤ ਪਾਉਂਦੇ ਆ। ਪਰ ਉਸ ਤੋਂ ਪਹਿਲਾਂ ਦੋਸਤੋ ਕਦੀ ਵੀ ਤੁਸੀਂ ਵਿਨੀਪੈਗ ਜਾਂਦੇ ਆ ਨਾ ਤੇ ਇੱਕ ਕਾਲ ਮੈਨੂੰ ਜਾਣ ਤੋਂ ਪਹਿਲਾਂ ਕਰ ਲਿਓ, ਉੱਥੇ ਵੀ ਤੁਹਾਨੂੰ ਫੂਡ ਜਿਹੜਾ ਵੀ ਬੜਾ ਵਧੀਆ ਪਰੋਸਿਆ ਜਾਵੇਗਾ ਤੇ ਬਹੁਤ ਵਧੀਆ ਜਿਹੜਾ ਰੈਸਟੋਰੈਂਟ ਆ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੈਰ ਤਾਂ ਵੈਸੇ ਰੋਜ਼ ਦੇਖਦੇ ਆ ਸਾਡੇ ਟੀਵੀ ਤੇ, ਪਰ ਉੱਥੋਂ ਵੀ ਜਿਹੜਾ ਆ ਫੂਡ ਤੁਹਾਨੂੰ ਅਸੀਂ ਖਾਵਾਂਗੇ ਵਿਨੀਪੈਗ ਤੋਂ। ਮੰਗਾ ਭਾਜੀ ਬਾਤ ਪਹਿਲਾਂ ਆਉਣ ਦਿਓ, ਕਿਉਂਕਿ ਫਿਰ ਕੱਲ ਆਉਣਗੀਆਂ ਤੇ ਆਪਾਂ ਵੀਕਐਂਡ ਆ, ਜ਼ਰੂਰੀ ਨਹੀਂ ਕਿ ਤੁਸੀਂ ਅੱਜ ਕਿਤੋਂ ਫੂਡ ਖਾਣਾ, ਕੱਲ ਤੇ ਪਰਸੋਂ ਦੋਨੋਂ ਹੀ ਦਿਨ ਖਾ ਸਕਦੇ ਆ। ਬਾਤ ਪਹਿਲਾਂ ਆਉਣ ਦਿਓ ਤਾਂ ਅਗਲੀਆਂ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਦੇ ਹਾਂ ਜੀ। ਬਿਲਕੁਲ ਜੀ, ਬਾਤਾਂ ਤੁਸੀਂ ਵੀ ਪਾ ਸਕਦੇ ਆ ਜੇ ਤੁਹਾਡੀ ਪਾਈ ਹੋਈ ਬਾਤ ਵੀ ਨਾ ਕਿਸੇ ਤੋਂ ਬੁੱਝੀ ਗਈ, ਤੇ ਕਿਉਂਕਿ ਅਸੀਂ ਵੀਰਵਾਰ ਨੂੰ ਕਰਨਾ ਸੀ ਪਰ ਅਸੀਂ ਅੱਜ ਕਹ ਲਓ ਵੀ ਸਾਨੂੰ ਵਿਨੀਪੈਗ ਤੋਂ ਵੀ ਖੁੱਲ੍ਹਾ ਸੱਦਾ ਆ ਗਿਆ ਤੇ ਸਾਡੇ ਇੱਧਰੋਂ ਜਿਹੜੇ ਸਾਡੇ ਟੋਰਾਂਟੋ ਦੇ ਸਾਡੇ ਜਿਹੜੇ ਸਪਾਂਸਰਸ ਸਾਡੇ ਭਰਾ ਟੀਮ ਦੇ ਮੈਂਬਰ ਆ ਉਹਨਾਂ ਵੱਲੋਂ ਵੀ ਖੁੱਲ੍ਹਾ ਸੱਦਾ ਆ ਗਿਆ। ਸੋ ਅਸੀਂ ਕਹਿੰਦੇ ਇੱਕ ਅੱਧੀ ਫਿਰ ਅੱਜ ਹੀ ਜਿਹੜੀ ਆ ਉਹ ਬਾਤ ਜਿਹੜੀ ਆ ਪਾ ਦਿੰਦੇ ਆ। ਇੱਕ ਮੈਂ ਪਾ ਰਹੀ ਕਹਿੰਦੇ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ। ਸੋ ਹੈਗੀ ਤਾਂ ਸੌਖੀ ਆ, ਬਿਲਕੁਲ ਜੀ, ਇੰਨੀ ਔਖੀ ਨਹੀਂ ਆ। ਖਾਣਾ ਵੀ ਸੌਖਾ ਹੀ ਹੁੰਦਾ, ਆਪਾਂ ਬਾਤ ਹੀ ਸੌਖੀ ਪਾਈ ਆ, ਆਪਾਂ ਸਾਰਿਆਂ ਨੂੰ ਤੁਹਾਨੂੰ ਖਾਣਾ ਖਵਾਉਣਾ ਤੇ ਵਿੱਚ ਟੱਲ ਮਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ। ਤੇ ਇਹ ਅੱਜ ਦੀ ਜਿਹੜੀ ਬਾਤ ਆ ਤੁਸੀਂ ਦੱਸੋਗੇ ਤਾਂ ਵਿਨੀਪੈਗ ਸਾਈਡ ਤੁਸੀਂ ਰਹਿੰਦੇ ਆ, ਉੱਥੋਂ ਵੀ ਤੁਹਾਨੂੰ ਫੂਡ ਫ੍ਰੀ ਖਿਲਾਉਣਾ ਅਸੀਂ। ਟੋਰਾਂਟੋ ਤੁਸੀਂ ਰਹਿੰਦੇ ਆ, ਬਰੰਪਟਨ ਤੁਸੀਂ ਰਹਿੰਦੇ ਆ ਤੇ ਅਸੀਂ ਤੁਹਾਨੂੰ ਆਪਣੇ ਗੁਆਂਢ ਤੋਂ ਫੂਡ ਖਿਲਾ ਦੇਣਾ। ਰੈਕਸਡੇਲ, ਮਾਲਟਨ, ਇਟੋਬੀਕੋ ਦੇ ਵਿੱਚ ਤੁਸੀਂ ਕਿਤੇ ਵੀ ਰਹਿੰਦੇ ਆ ਤਾਂ ਸਵੀਟ ਮੈਲ ਸਾਡਾ ਆਪਣਾ ਰੈਸਟੋਰੈਂਟ ਆ, ਫਿਰ ਤੁਹਾਨੂੰ ਉੱਥੋਂ ਫੂਡ ਖਵਾਵਾਂਗੇ। ਹੁਣ ਬਾਤ ਤੁਹਾਡੇ ਸਾਹਮਣੇ ਮੰਗਾ ਭਾਜੀ ਨੇ ਰੱਖ ਦਿੱਤੀ ਆ ਤੇ ਤੁਸੀਂ ਕਾਲ ਕਰਨੀ ਆ ਜੀ 905 790 9099 ਤੇ ਜਵਾਬ ਦਿਓ। ਬੜਾ ਸੌਖਾ ਜਿਹਾ ਜਵਾਬ ਆ, ਕੋਈ ਔਖਾ ਨਹੀਂਗਾ। ਤੇ ਆਪਾਂ ਬ੍ਰੇਕ ਤੋਂ ਬਾਅਦ ਫਿਰ ਗੁਰਪ੍ਰੀਤ ਸਿੰਘ ਤੇ ਲੋਹਣਾ ਦੇ ਨਾਲ ਵੀ ਗੱਲਬਾਤ ਕਰਨੀ ਆ। ਮੰਗਾ ਭਾਜੀ ਜੇ ਹੋ ਸਕਿਆ ਤਾਂ ਮੈਨੂੰ ਪੈਨ ਜ਼ਰੂਰ ਉੱਪਰ ਦਾ ਕਰ ਦਿਓ, ਮੈਂ ਨਾਲ ਲਿਖਾਂਗਾ। ਮੈਂ ਪੈਨ ਚੁੱਕ ਲਿਆ ਸੀ, ਮੈਂ ਕਿਹਾ ਜੀ ਫਿਰ ਜੇ ਕਿਸੇ ਨੇ ਬਾਤ ਦਾ ਜਵਾਬ ਦਿੱਤਾ ਤੇ ਫਿਰ ਉਹਨਾਂ ਦੇ ਬਿਲਕੁਲ ਜੀ। ਤਾਂ ਆਪਾਂ ਤੁਸੀਂ ਜ਼ਰੂਰ ਜੀ, ਨੰਬਰ ਤੁਹਾਡੇ ਲਈ ਓਪਨ ਆ, ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਆ 905 790 9099 ਤੇ ਬੜਾ ਸੌਖਾ ਜਿਹਾ ਜਿਹੜਾ ਇਹਦਾ ਆਨਸਰ ਬੜਾ ਸੌਖਾ ਜਿਹਾ ਆ। ਫੂਡ ਜਿੱਦਾਂ ਦਾ ਤੁਸੀਂ ਚਾਹੋਗੇ ਉਦਾਂ ਦਾ ਤੁਹਾਨੂੰ ਅਸੀਂ ਖਿਲਾ ਦੇਣਾ। ਵਿਨੀਪੈਗ ਦੇ ਵਿੱਚ ਕਲੇਓਨ ਤੇ ਟੋਰਾਂਟੋ ਦੇ ਵਿੱਚ ਜੀ ਸਵੀਟ ਮਹਿਲ ਤੇ ਸਵੀਟ ਮਹਿਲ ਤੇ ਕਲੇਓਨ ਵੱਲੋਂ ਜਿਹੜਾ ਜੀ ਇੱਕ ਸਾਡਾ ਪ੍ਰੋਗਰਾਮ ਅੱਜ ਦਾ ਮੇਨ ਸਪਾਂਸਰ ਸਾਡੇ ਆ। ਲਓ ਜੀ ਤੁਸੀਂ ਬਾਤ ਦੇ ਜਵਾਬ ਲਓ, ਲਿਖਣ ਵਾਲੇ ਹੋਇਓ ਤੁਸੀਂ। ਬਿਲਕੁਲ ਜੀ, ਆਉਣ ਦਿਓ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਠੀਕ ਹੈ ਬਾਈ ਜੀ। ਇਹ ਜਿਹੜੀ ਬਾਤ ਪਾਈ ਹੈ ਜੀ ਤੁਸੀਂ, ਇਹ ਹਾਂਜੀ ਇਹ ਖੂਦੀਆਂ ਟਿੰਡਾਂ ਨੇ ਜੀ ਮੇਰੇ ਤਾਂ। ਓਕੇ ਜੀ, ਤੁਹਾਡਾ ਵੀ ਜੀ ਨਾਂ ਕੀ ਹੈ ਜੀ? ਮੇਰਾ ਨਾਮ ਸੁਖਵਿੰਦਰ ਸਿੰਘ ਔਜਲਾ। ਸੁਖਵਿੰਦਰ ਸਿੰਘ ਔਜਲਾ ਤੇ ਇਹਨਾਂ ਦੇ ਲਾਸਟ ਜਿਹੜੇ 4 ਨੰਬਰ ਆ ਜੀ ਉਹ 55 52 ਆ। 55 ਹਾਂਜੀ 55। ਸੋ ਤੁਹਾਨੂੰ ਪ੍ਰੋਗਰਾਮ ਦੇ ਐਂਡ ਦੇ ਵਿੱਚ ਅਸੀਂ ਦੱਸ ਦਿੰਨੇ ਆ ਜੀ। ਨਾ ਇੱਕ ਵਾਰੀ ਮੈਨੂੰ ਲਿਖਾ ਦਿਓ ਪਲੀਜ਼। ਸੁਖਵਿੰਦਰ ਸਿੰਘ ਔਜਲਾ। ਸੁਖਵਿੰਦਰ, ਠੀਕ ਹੈ ਸੁਖਵਿੰਦਰ ਵੀਰੇ, ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਵੀਰ ਸਾਹਿਬ ਜੀ ਬੋਲਦੇ ਵੀ ਸਤਿ ਸ਼੍ਰੀ ਅਕਾਲ ਤੁਹਾਡਾ ਦੋਨਾਂ ਵੀਰਾਂ ਦਾ। ਤੁਹਾਡਾ ਭੈਣ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ। ਹਾਂਜੀ। ਇਹ ਖੂਦੀਆਂ ਟਿੰਡਾ ਕਹਿੰਦੇ ਨੇ। ਖੂਹ ਦੀਆਂ ਟਿੰਡਾਂ। ਭੈਣ ਜੀ ਕੀ ਸ਼ੁਭ ਨਾਮ ਜੀ? ਹਾਂਜੀ, ਮੇਰਾ ਨਾਮ ਦਵਿੰਦਰ ਹੈ ਵੀਰ ਜੀ। ਦਵਿੰਦਰ। ਹਾਂਜੀ। ਸੋ ਵਿਨੀਪੈਗ ਤੋਂ ਕਾਲ ਆ ਭੈਣ ਜੀ, ਅਸੀਂ ਕਾਲ ਐਂਡ ਪ੍ਰੋਗਰਾਮ ਦੇ ਐਂਡ ਦੇ ਉੱਤੇ ਅਸੀਂ ਤੁਹਾਨੂੰ ਦੱਸਦੇ ਆ ਤੇ ਤੁਸੀਂ ਪ੍ਰੋਗਰਾਮ ਸੁਣਦੇ ਰਹਿਣਾ ਤੇ ਥਾਲੀ ਜਿਹੜੀ ਆ ਤੁਹਾਨੂੰ ਕਲੇਓਨ ਤੋਂ ਅਸੀਂ ਜੀ ਪਹੁੰਚਾਵਾਂਗੇ। ਆਪਾਂ ਨਾਂ ਜਿਹੜੇ ਵੀ ਭੈਣਾਂ ਦਾ ਜਾਂ ਵੀਰਾਂ ਦਾ ਜਿਹੜਾ ਆਨਸਰ ਸਹੀ ਹੋਵੇਗਾ ਉਹਨਾਂ ਦੇ ਮੈਂ ਨਾਂ ਸੁਖਵਿੰਦਰ ਤੇ ਦਵਿੰਦਰ ਜਿਹੜੇ ਮੰਗਾ ਭਾਜੀ ਲਿਖ ਲਏ ਆ ਤੇ ਅਸੀਂ ਐਂਡ ਆਫ ਪ੍ਰੋਗਰਾਮ ਜਿਹੜੇ ਤੁਹਾਡੇ ਨਾਂ ਬੋਲਾਂਗੇ ਜਿਨ੍ਹਾਂ ਦਾ ਬਿਲਕੁਲ ਜਵਾਬ ਸਹੀ ਹੋਇਆ। ਅਗਰ ਤੁਸੀਂ ਵਿਨੀਪੈਗ ਦੇ ਵਿੱਚ ਰਹਿੰਦੇ ਆ ਤੇ ਉੱਥੋਂ ਵੀ ਅਸੀਂ ਫੂਡ ਤੁਹਾਨੂੰ ਫ੍ਰੀ ਖਿਲਾਉਣਾ ਅੱਜ
ਤੇ ਅਗਰ ਤੁਸੀਂ ਟੋਰਾਂਟੋ ਬਰੈਂਪਟਨ ਦੇ ਵਿੱਚ ਆ ਇੱਥੋਂ ਵੀ ਖਿਲਾਵਾਂਗੇ ਤੇ ਅਗਰ ਤੁਸੀਂ ਮੈਂ ਪਹਿਲਾਂ ਕਿਹਾ ਕਿ ਜੇ ਤੁਸੀਂ ਇਟੋਬੀਕੋ ਦੇ ਵੱਲਾਂ ਕਿਤੇ ਰਹਿੰਦੇ ਹੋ ਤਾਂ ਫਿਰ ਸਵੀਟ ਮਹਿਲ ਤੋਂ ਤੁਹਾਨੂੰ ਅੱਜ ਫੂਡ ਖਿਲਾਵਾਂਗੇ ਆਪਾਂ। ਆਉਣ ਦਿਓ ਜੀ ਅਗਲੀਆਂ ਗੱਲਾਂ ਬਾਤਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਅਵਤਾਰ ਸਿੰਘ ਬੋਲਦਾ ਜੀ। ਅਵਤਾਰ ਸਿੰਘ, ਹਾਂਜੀ ਭਾਜੀ ਤੁਸੀਂ ਬਾਤ ਪਾਈ ਨਾ ਜੀ, ਹਾਂਜੀ। ਇਹ ਖੂਹ ਦੀਆਂ ਦਿੰਦਾ ਹੈ। ਖੂਹ ਦੀਆਂ ਟਿੰਡਾਂ, ਅਵਤਾਰ ਸਿੰਘ 1068 ਇਹਨਾਂ ਦੇ ਲਾਸਟ ਨੰਬਰ ਆ ਜੀ। ਅਵਤਾਰ ਹੋਣੀ ਤਾਂ ਮੇਰੇ ਕਸਟਮਰ ਲੱਗਦੇ ਆ ਜੀ 10 60 ਜਿਹੜਾ ਨੰਬਰ ਬੜਾ ਜਾਣੇ ਪਛਾਣਿਆ। ਕੋਈ ਗੱਲ ਨਹੀਂ ਜੀ, ਠੀਕ ਹੈ ਜੀ, ਧੰਨਵਾਦ। ਅਗਲੀ ਕਾਲ ਤੇ ਚੱਲਦੇ ਦੱਸਦੇ ਆ ਜੀ ਉਦੋਂ ਬਾਅਦ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਭਾਜੀ? ਠੀਕ ਠਾਕ, ਤੁਸੀਂ ਸੁਣਾਓ ਜੀ? ਵਧੀਆ ਜੀ। ਸੰਦੀਪ ਬੋਲਦੇ ਆ ਜੀ ਮੇਰੀ ਪੈਕ ਤੋਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੰਦੀਪ ਅੱਛਾ, ਤੁਹਾਡਾ ਜਿਹੜਾ ਇਹਦਾ ਸਵਾਲ ਦਾ ਜਵਾਬ ਹੈ ਜੀ ਉਹ ਖੂਹ ਦੀਆਂ ਟਿੰਡਾਂ ਹੈ ਜੀ। ਖੂਹ ਦੀਆਂ ਟਿੰਡਾਂ, ਓਕੇ ਜੀ। ਤੁਹਾਡਾ ਨੰਬਰ ਲਿਖ ਲਿਆ ਜੀ ਅਸੀਂ। ਪਿਛਲੇ 3820 ਆ 3820 ਤੇ ਪ੍ਰੋਗਰਾਮ ਸੁਣਦੇ ਜਾਓ ਤੇ ਕਰਦੇ ਆ ਗੱਲਬਾਤ ਜੀ, ਅੱਗੇ ਚੱਲ ਗਏ। ਠੀਕ ਹੈ ਜੀ, ਥੈਂਕ ਯੂ। ਓਕੇ। ਹੈਲੋ, ਬਿਲਕੁਲ ਜੀ। ਦੇਖੋ ਫਿਰ ਕਾਲਾਂ ਦੀ ਤਾਂ ਫਿਰ ਕਹਿ ਲਓ ਵੀ ਝੜੀ ਲੱਗ ਗਈ ਸੀ ਇੱਕਦਮ ਹੀ ਕਾਲਾਂ। ਮੈਨੂੰ ਲੱਗਦਾ ਕਿ ਜੌਲ ਸਾਹਿਬ ਨੰਬਰ ਤੁਸੀਂ ਸਾਰੇ ਜਿਹੜੇ ਆ ਜੀ ਉਹ ਲਿਖ ਲਿਆ ਸੀ? ਬਿਲਕੁਲ ਜੀ, ਬਿਲਕੁਲ। ਕੋਈ ਵੀ ਜਦੋਂ ਅਸੀਂ ਜ਼ਰੂਰ ਦੱਸਾਂਗੇ ਪ੍ਰੋਗਰਾਮ ਦੇ ਐਂਡ ਦੇ ਵਿੱਚ। ਇੱਕ ਕਾਲ ਫਿਰ ਆਉਂਦੀ ਹੈ ਜੀ, ਕੋਈ ਨਹੀਂ, ਲੈ ਲਓ ਜੀ, ਲੈ ਲਓ। ਅਸੀਂ ਸਾਡੀ ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਪੌਲ ਏਕਤਾ। ਇਹ ਪੌਲ ਏਕਤਾ ਦਾ ਨੰਬਰ ਸੀਗਾ ਜੀ। ਅਸੀਂ ਸਿਕਿਉਰਿਟੀ ਸਿਸਟਮ ਦਾ ਕਰਕੇ ਤੁਹਾਡਾ ਫੋਨ ਨੰਬਰ ਨਹੀਂ ਬੋਲ ਸਕਦੇ ਹੁੰਦੇ, ਨਾਂ ਜਿਹੜਾ ਸਾਡੇ ਕੋਲ ਆਉਂਦਾ ਸੀ ਉਹ ਬੋਲ ਦਿੰਦੇ ਆ। ਤੇ ਇੱਕ ਬੇਨਤੀ ਮੰਗਾ ਜੀ ਜ਼ਰੂਰ ਕਰਨਾ ਚਾਹੁੰਦਾ, ਕੋਈ ਵੀ ਭੈਣ ਭਰਾ, ਬੜੀ ਤੁਹਾਡੀ ਮਿਹਰਬਾਨੀ, ਤੁਹਾਡੀਆਂ ਕਾਲਾਂ ਆ ਰਹੀਆਂ, ਪਰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਤੁਸੀਂ ਕਾਲ ਕਰਦੇ ਆਪਣੇ ਟੀਵੀ ਦੀ ਆਵਾਜ਼ ਥੋੜੀ ਜਿਹੀ ਪਲੀਜ਼ ਘੱਟ ਕਰ ਲਿਆ ਕਰੋ। ਬਿਲਕੁਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਜਿਹੜਾ ਤੁਸੀਂ ਜਵਾਬ ਹੈ ਖੂਹ ਦੀਆਂ ਟਿੰਡਾਂ ਹੈ। ਖੂਹ ਦੀਆਂ ਟਿੰਡਾਂ। ਕੀ ਨਾਮ ਵੀਰ ਜੀ ਤੁਹਾਡਾ? ਜਸਵਿੰਦਰ ਸਿੰਘ। ਹਾਂਜੀ ਜਸਵਿੰਦਰ ਸਿੰਘ 2093 ਲਾਸਟ ਨੰਬਰ ਇਹਨਾਂ ਦੇ ਜੀ। ਹਾਂਜੀ, ਤੁਹਾਨੂੰ ਤੁਸੀਂ ਦੇਖਦੇ ਰਹੋ ਪ੍ਰੋਗਰਾਮ ਨੂੰ ਜੀ, ਅਸੀਂ ਦੱਸਦੇ ਹਾਂ ਜੀ ਵਿਨਰਸ ਦਾ ਨਾਮ ਬਾਅਦ ਚ ਐਂਡ ਤੇ ਜੀ। ਠੀਕ ਹੈ ਜੀ। ਓਕੇ ਜੀ, ਓਕੇ ਜੀ। ਬਿਲਕੁਲ ਜੀ। ਮੈਨੂੰ ਲੱਗਦਾ ਮੈਂ ਬਾਤ ਸੌਖੀ ਜੇ ਬਾਤ ਹੀ ਆ, ਇੱਕਦਮ ਹੀ ਫਿਰ ਕਾਲਾਂ ਜਿਹੜੀਆਂ ਸੌਖੀ, ਪਹਿਲਾਂ ਸੌਖੇ ਤੋਂ ਔਖੇ ਵਾਲਾ ਚਲਾਂਗੇ ਜੀ। ਪਹਿਲਾਂ A B C ਤਾਂ ਹੀ ਆਉਂਦੀਆਂ ਨਾ। A ਕਹਿਣੀ ਬਹੁਤ ਸੌਖੀ ਹੈ, B ਔਖੀ, ਉਸ ਤੋਂ ਗਾਂ ਆਪਾਂ ਕੋਈ ਨਹੀਂ, ਬਾਤ ਆਪਾਂ ਚੇਂਜ ਕਰਾਂਗੇ। ਪਰ ਕੋਈ ਨਹੀਂ, ਜਿੰਨੀ ਵੀ ਭੈਣ ਭਰਾ ਪਰ ਨਾਲ ਦੀ ਨਾਲ ਇੱਥੇ ਇੱਕ ਹੋਰ ਓਪਨਲੀ ਅਸੀਂ ਗੱਲ ਕਹਿਣੀ ਚਾਹੁੰਦੇ ਆ ਮੰਚ ਦੇ ਵੱਲੋਂ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਬਾਤ ਭਾਈ ਉਹ ਕੋਈ ਬੁੱਝ ਨਹੀਂ ਸਕਦਾ, ਹਾਂਜੀ ਰਾਈਟ, ਸੋ ਤੁਸੀਂ ਉਹ ਬਾਤ ਜਿਹੜੀ ਆ ਬਿਲਕੁਲ ਪਾ ਸਕਦੇ ਆ। ਜੇ ਵਾਕਿਆ ਹੀ ਤੁਹਾਡੀ ਬਾਤ ਪਾਈ ਹੋਈ ਨਾ ਬੁੱਝ ਹੋਈ ਤੇ ਤੁਹਾਨੂੰ ਵੀ ਅਸੀਂ ਜਿਹੜੀ ਆ ਇਨਾਮ ਦੀ ਜਿਹੜੇ ਤੁਸੀਂ ਵੀ ਹੱਕਦਾਰ ਹੋ। ਆਪਾਂ ਕੰਮ ਹੋਰ ਕਰਦੇ ਆ ਮੰਗਾ ਭਾਜੀ। ਵੈਸੇ ਜਿਹੜਾ ਵੀ ਭੈਣ ਭਰਾ ਨੇ ਸਾਨੂੰ ਕਾਲ ਕੀਤੀ ਹੈ ਥਾਲੀ ਇੱਕ ਆ, ਪਰ ਤੁਹਾਡੇ ਵੱਲੋਂ ਪਾਈ ਬਾਤ ਅਗਰ ਕੋਈ ਚਲੋ ਬੁੱਝ ਵੀ ਸਕਿਆ ਤਾਂ ਕੋਈ ਨਹੀਂ, ਤੁਹਾਨੂੰ 2 ਥਾਲੀਆਂ ਦੇਣੀਆਂ ਜੇ ਪਹਿਲੇ 5 ਬੰਦੇ ਨਾ ਜਿਹੜੇ ਜਾਣ ਸਕੇ ਤਾਂ। ਬੁੱਝ ਸਕੇ ਤਾਂ। ਜੇ ਪਹਿਲੇ 5 ਬੰਦਿਆਂ ਨੂੰ ਨਾ ਪਤਾ ਲੱਗਾ ਤੇ ਤੁਹਾਨੂੰ 2 ਥਾਲੀਆਂ ਦੇਾਂਗੇ ਜੀ। ਲਓ ਜੀ, ਫੋਨ ਚੱਕੋ, ਫੋਨ ਚੱਕ ਕੇ ਕਾਲ ਕਰਕੇ ਪਾਓ ਬਾਤ, ਕਰੋ ਚੇਤਾ ਬਾਬੇ ਦਾਦੀ ਨਾਨੇ ਨਾਨੀ ਤਾਇਆ ਚਾਚਿਆਂ ਦਾ, ਜਿਨ੍ਹਾਂ ਦੀਆਂ ਗੋਦਾਂ ਦੇ ਵਿੱਚ ਬੈਠ ਕੇ ਆਪਾਂ ਬਾਤਾਂ ਸੁਣਦੇ ਹੁੰਦੇ ਸੀ। ਪਾਓ, ਕਿਉਂਕਿ ਮੈਂ ਤਾਂ ਇੱਕ ਸਿਲਸਿਲਾ ਚਲਾਉਣਾ ਸੀ, ਸੌਖੀ ਜਿਹੀ ਬਾਤ ਪਾ ਕੇ ਮੈਂ ਚਲਾਤਾ ਆ। ਹਾਲਾਂਕਿ ਮੇਰੇ ਕੋਲ ਵੀ ਮੇਰੇ ਪਟਾਰੇ 'ਚ ਵੀ ਬਹੁਤ ਔਖੀਆਂ ਬਾਤਾਂ ਆ। ਸੋ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਔਖੀਆਂ ਬਾਤਾਂ ਮੈਂ ਵੀ ਪਾਇਆ ਕਰੂੰਗਾ ਤੁਹਾਡੇ ਨਾਲ। ਬਿਲਕੁਲ ਮੰਗਾ ਭਾਜੀ। ਇੱਕ ਦੇਖੋ ਉਹ ਦੌਰ ਕਿੰਨਾ ਵਧੀਆ ਸੀਗਾ, ਜਦੋਂ ਦਾਦੇ ਪੜਦਾਦੇ ਬਾਬਿਆਂ ਦੀ ਬੁੱਕਲ ਦੇ ਵਿੱਚ ਬੈਠਿਆਂ ਨੂੰ ਕੋਈ ਨਾ ਕੋਈ ਲੋਰੀ ਜਾਂ ਕੋਈ ਨਾ ਕੋਈ ਬਾਤ ਪਾਉਂਦੇ ਸੀ ਨਾ, ਤਾਂ ਬੜੀ ਜਲਦੀ ਨੀਂਦ ਬੜੀ ਜਲਦੀ ਆਉਂਦੀ ਹੁੰਦੀ ਸੀ, ਜਿਹੜੀਆਂ ਕਿ ਅੱਜ ਕੱਲ੍ਹ ਨੀਂਦਾਂ ਸਾਡੀਆਂ ਉੜੀਆਂ ਪਈਆਂ ਆ ਟੈਨਸ਼ਨਾਂ ਲੈ ਕੇ। ਪਰ ਉਹ ਇੱਕ ਦੌਰ ਬੜਾ ਵਧੀਆ ਹੁੰਦਾ ਸੀ ਕਿ ਬਾਬੇ ਦਾਦੇ ਦੀ ਗੋਦੀ ਦੇ ਵਿੱਚ ਸਿਰ ਰੱਖਿਆ ਤਾਂ ਨੀਂਦ ਆ ਗਈ। ਉਹ ਬੜਾ ਵਧੀਆ ਟਾਈਮ ਸੀ ਮੰਗਾ ਭਾਜੀ। ਲਓ ਜੀ, ਹੁਣ ਇੱਕ ਸਵਾਲ ਆ, ਮੈਂ ਜਾਂਦਾ ਤੁਹਾਡੇ ਲਈ ਪਾ ਕੇ ਚੱਲਿਆ। ਹੁਣ ਸਵਾਲ ਤਾਂ ਆ ਜੇ ਤੁਸੀਂ ਹੁਣ ਇਹਨੂੰ ਵੀ ਸਵਾਲ ਨੂੰ ਬੁੱਝੋਗੇ। ਸੋ ਜਿਹੜੀ ਵੀ ਤੁਸੀਂ ਵੈਜ ਜਾਂ ਨਾਨ ਵੈਜ ਥਾਲੀ ਨਾਲ ਡਰਿੰਕ ਇਸ ਸਵਾਲ ਤੋਂ ਬਾਅਦ ਤੁਹਾਨੂੰ ਜਿਹੜਾ ਦਿੱਤਾ ਜਾਊਗਾ, ਕਿਉਂਕਿ ਸਵਾਲ ਬਹੁਤ ਔਖਾ ਹੈ ਜੀ। ਠੀਕ ਹੈ ਜੀ, ਆਉਣਾ ਜੀ। ਇਹ ਕਾਪੀ ਪੈਨ ਲੈ ਲਓ, ਕਾਪੀ ਪੈਨ ਲੈ ਕੇ ਜਿਹੜਾ ਇਹ ਸਵਾਲ ਤੁਹਾਨੂੰ ਲਿਖਣਾ ਪੈਣਾ ਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਬਾਤ ਮੈਂ ਬੋਲਦਾ ਵੀਰ ਜੀ। ਹਾਂਜੀ, ਪਾ ਦਿਓ ਜੀ, ਔਖੀ ਜੇ ਪਾਇਓ ਜਰਾ। ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ। ਨਿੱਕੀ ਜੇ ਕੁੜੀ ਲੈ ਪਰਾਂਦਾ ਤੁਰੀ, ਇਹ ਤਾਂ ਲੱਭ ਲੈਣੀ ਆ। ਇਹ ਤਾਂ ਬਹੁਤ ਔਖੀ ਹੈ ਜੀ। ਚਲੋ ਜੀ, ਫਿਰ ਵੀ ਕੋਈ ਨਹੀਂ ਜੀ। ਹਾਂਜੀ, ਧੰਨਵਾਦ ਜੀ, ਧੰਨਵਾਦ। ਨਾਮ ਬੋਲਿਓ ਜੀ। ਜਸਵਿੰਦਰ ਸਿੰਘ। ਜਸਵਿੰਦਰ ਭਾਜੀ, ਠੀਕ ਹੈ ਜੀ। ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਲਓ, ਮੈਂ ਤੁਹਾਨੂੰ ਪਾਉਣਾ, ਕਾਪੀ ਪੈਨ ਲੈ ਲਓ,
ਤੁਸੀਂ ਦੱਸਿਓ ਮੈਨੂੰ ਇਹਦਾ ਕਿਹੜਾ ਰਿਸ਼ਤਾ ਬਣਿਆ। ਮਾਸੀ ਦੀ ਸੱਸ ਦੇ ਪੋਤੇ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਬੋਟੀ ਨੂੰ ਕੀ ਕਹੋਗੇ? ਇੱਕ ਵਾਰੀ ਰਿਪੀਟ ਕਰ ਦਵਾਂਗਾ ਭਾਜੀ, ਰਿਪੀਟ ਕਰ ਦਿਓ ਜੀ। ਮੈਂ ਤਾਂ ਸਾਰੇ ਰਿਸ਼ਤੇ ਬਾੜ ਦਿੱਤੇ ਪਏ ਇਹਦੇ ਵਿੱਚ ਨਾ। ਮਾਸੀ ਦੀ ਸੱਸ ਦੇ ਪੋਤੇ ਦੇ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਬੋਟੀ ਨੂੰ ਕੀ ਕਹੋਗੇ? ਇੱਕ ਵਾਰੀ ਫੇਰ ਆਵਾਂ, ਸੌਖੀ ਜਿਹੀ ਕਰਕੇ ਪਾ। ਨਹੀਂ ਜੀ ਕੋਈ ਨਹੀਂ, ਤੁਸੀਂ ਹੁਣ ਕਾਲਾਂ ਆਉਣ ਦਿਓ। ਜੇ ਕਿਸੇ ਭੈਣ ਭਰਾ ਨੂੰ ਪਤਾ ਲੱਗੇਗਾ ਤੇ ਮੋਸਟ ਵੈਲਕਮ। ਹੁਣ ਅਸੀਂ ਕੀ ਕਰਨਾ, ਥਾਲੀ ਦੇ ਨਾਲ ਤੁਹਾਨੂੰ ਡਰਿੰਕ ਵੀ ਫ੍ਰੀ ਦੇਣਾ। ਤੁਸੀਂ ਲੱਸੀ ਪੀ ਸਕਦੇ ਆ, ਤੁਸੀਂ ਕੋਈ ਜੂਸ ਲੈ ਸਕਦੇ ਆ, ਤੇ ਜਾਂ ਦਿਮਾਗ ਤੇਜ਼ ਕਰਨ ਵਾਲੀ ਕੋਈ ਡਰਿੰਕ ਦਿਓ। ਉਹ ਅਸੀਂ ਪੀਂਦੇ ਨਹੀਂਗੇ, ਇਸ ਕਰਕੇ ਦਿਮਾਗ ਤੇਜ਼ ਕਰਨ ਵਾਲੀ ਡਰਿੰਕ ਜਿਹੜੀ ਸੌਰੀ ਉਹ ਹਲੇ ਨਹੀਂ ਤੁਹਾਨੂੰ ਦੇ ਸਕਦੇ। ਪਰ ਐਨੀਵੇ ਬ੍ਰੇਕ ਦਾ ਇੱਕ ਟਾਈਮ ਹੋ ਗਿਆ ਮੰਗਾ ਭਾਜੀ, ਕਿਉਂਕਿ ਆਪਾਂ ਗੁਰਪ੍ਰੀਤ ਭਾਜੀ ਉਹਨਾਂ ਨੂੰ ਵੀ ਲੈਣਾ ਆ। ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਅਸੀਂ ਇਹ ਜਿਹੜਾ ਸਵਾਲ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਵੀ ਲਵਾਂਗੇ। ਪਰ ਗੁਰਪ੍ਰੀਤ ਸਿੰਘ ਢਿੱਲੋਂ ਉਹਨਾਂ ਦੇ ਨਾਲ ਜੋ ਬਰੰਪਟਨ ਦੇ ਵਿੱਚ, ਜੋ ਟੋਰਾਂਟੋ ਦੇ ਵਿੱਚ ਰੀਓਪਨਿੰਗ ਹੋ ਰਿਹਾ, ਜੋ ਚੀਜ਼ਾਂ ਹੋਈਆਂ ਉਹਨਾਂ ਤੇ ਆਪਾਂ ਇੱਕ ਖਾਸ ਗੱਲਬਾਤ ਜਿਹੜੀ ਕਰਨੀ ਆ। ਹਾਂਜੀ, ਦੱਸ ਦਈਏ ਕਿ ਪਲੀਜ਼ ਜਦੋਂ ਅਸੀਂ ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ ਗੱਲ ਕਰਾਂਗੇ ਤੁਸੀਂ ਉਸ ਵੇਲੇ ਕਾਲ ਨਾ ਕਰਿਓ, ਕਿਉਂਕਿ 5 ਮਿੰਟ ਦੀ ਅਸੀਂ ਸੈਗਮੈਂਟ ਜਿਹੜੀ ਆ ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੋ ਵੀ ਓਪਨਿੰਗ ਆ ਕਰਾਂਗੇ, ਉਹ ਤੋਂ ਬਾਅਦ ਤੁਸੀਂ ਕਾਲਾਂ ਜਿਹੜੀਆਂ ਆ ਉਹ ਕਰ ਲੈਣੀਆਂ ਆ। ਸੋ ਇੱਕ ਛੋਟੀ ਜਿਹੀ ਬ੍ਰੇਕ ਆ, ਆਪਾਂ ਬ੍ਰੇਕ ਤੇ ਗਏ ਤੇ ਹੁਣੇ ਫਿਰ ਵਾਪਸ ਜਿਹੜਾ ਆ ਉਹ ਆਏ। ਜਾਣਾ ਕਿਤੇ ਨਹੀਂ, ਇਸ ਤਰ੍ਹਾਂ ਵਿਜ਼ਨ ਪੰਜਾਬ ਟੀਵੀ ਨੂੰ ਵਾਚ ਕਰਦੇ ਰਹੋ। ਛੋਟੀ ਜਿਹੀ ਬ੍ਰੇਕ, ਹੁਣੀ ਗਏ ਤੇ ਹੁਣੀ ਵਾਪਸ ਆਏ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 locations। For memorable food and exceptional value, you can contact us at, you can also mail us at ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। For the beautiful you, जाओ Renu Hair Salon and Spa। जिथे मिलेगा तुहानू लेजर हेयर रिमूवल एंड IPL फोटो फेशियल, जिस दे नाल रिमूव हो सकते ने परमानेंट स्किन टैग्स एंड पिगमेंटेशन। For more information, contact 204-233-3146। ਇੱਕ ਵਾਰੀ ਫਿਰ ਸਵਾਗਤ ਹੈ ਜੀ। ਤੁਸੀਂ ਜੁੜੇ ਹੋਏ ਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਔਰ ਇੱਕ ਬੜੀ ਵਧੀਆ ਬਾਤ ਜਿਹੜੀ ਤੁਹਾਡੇ ਨਾਲ ਛੱਡੀ ਸੀ ਅਸੀਂ ਜਦੋਂ ਬ੍ਰੇਕ ਤੇ ਦੋਨੋਂ ਵੀਰ ਗਏ ਸੀਗੇ,
ਤੇ ਪਰ ਉਹ ਤੁਸੀਂ ਜਿਹੜਾ ਜਵਾਬ ਆ ਹੁਣ 5-10 ਮਿੰਟ ਬਾਅਦ ਦਿਓ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਅਸੀਂ ਗੱਲਬਾਤ ਕਰਨੀ ਆ ਜੀ ਜੋ ਕੁਝ ਵੀ ਟੋਰਾਂਟੋ ਦੇ ਵਿੱਚ ਰੀਓਪਨਿੰਗ ਹੋਣ ਜਾ ਰਿਹਾ ਆ ਉਹਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਗੁਰਪ੍ਰੀਤ ਢਿੱਲੋਂ ਹੋਣਾ ਦੇ ਨਾਲ। ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਜਿਹੜੀ ਕਾਲ ਲਾ ਲਈਏ ਜੀ ਗੁਰਪ੍ਰੀਤ ਸਿੰਘ ਢਿੱਲੋਂ ਹੋਣਾ ਨੂੰ, ਕਿਉਂਕਿ ਦੋਸਤੋ ਬੜਾ ਕੁਝ ਜਿਹੜਾ ਓਪਨਿੰਗ ਹੋਇਆ ਪਰ ਉਹਦੇ ਵਿੱਚ ਸਾਨੂੰ ਜਿਹੜਾ ਪ੍ਰੀਕਾਸ਼ਨ ਰੱਖਣ ਨੂੰ ਬਹੁਤ ਕੁਝ ਕਿਹਾ ਗਿਆ ਆ। ਕਈ ਜਗ੍ਹਾ ਤੇ ਅਸੀਂ ਅਗਰ ਸ਼ਾਪਿੰਗ ਕਰਨ ਜਾਂਦੇ ਹਾਂ ਤੇ ਮਾਸਕ ਜਿਹੜਾ ਉਹ ਬਹੁਤ ਜ਼ਰੂਰੀ ਆ, ਗਲਵਜ਼ ਜਿਹੜੇ ਉਹ ਬੜੇ ਜ਼ਰੂਰੀ ਆ, ਪਰ ਤੁਸੀਂ ਆਪ ਵੀ ਸਾਡਾ ਆਪਣਾ ਵੀ ਇੱਕ ਫਰਜ਼ ਬਣਦਾ। ਜ਼ਰੂਰੀ ਨਹੀਂ ਕਿ ਸਾਨੂੰ ਸ਼ੋਪਾਂ ਵਾਲੇ ਕਹਿਣ ਕਿ ਅਸੀਂ ਮਾਸਕ ਲੈਣਾ ਆ ਤੇ ਤਾਂ ਹੀ ਮਾਸਕ ਲਈਏ। ਜਿਸ ਤਰ੍ਹਾਂ ਅਸੀਂ ਵਾਲਮਾਰਟ ਜਾਂਦੇ ਹਾਂ ਜਾਂ ਅਸੀਂ ਕਿਸੇ ਵੀ ਹੋਰ ਸਟੋਰਾਂ 'ਚ ਜਾਂਦੇ ਹਾਂ ਤਾਂ ਇਹ ਜਿਹੜੀਆਂ ਚੀਜ਼ਾਂ ਜ਼ਰੂਰ ਆਪਣੇ ਨਾਲ ਰੱਖੋ। ਪਰ ਲਾਈਨ ਜਿਹੜੀ ਸਾਡੀ ਮਿਲ ਚੁੱਕੀ ਆ ਜੀ ਗੁਰਪ੍ਰੀਤ ਸਿੰਘ ਢਿੱਲੋਂ ਹੋਣਾ ਦੇ ਨਾਲ। ਗੁਰਪ੍ਰੀਤ ਭਾਜੀ, ਵਿਜ਼ਨ ਪੰਜਾਬ ਟੀਵੀ ਦੇ ਉੱਤੇ ਮੈਂ ਨਰਿੰਦਰ ਜਸਵਾਲ, ਮੇਰੇ ਨਾਲ ਟੋਨੀ ਜੌਲ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਭਾਜੀ, ਜਿਵੇਂ ਕਿ ਫੇਜ਼ 2 ਦੀ ਓਪਨਿੰਗ ਹੋ ਚੁੱਕੀ ਆ ਪੀਲ ਰੀਜਨ ਦੇ ਵਿੱਚ, ਸੋ ਫੇਜ਼ 2 ਦੇ ਵਿੱਚ ਜਿਹੜੀ ਓਪਨਿੰਗ ਹੋਈ ਆ, ਸੋ ਇਹਦੇ ਬਾਰੇ ਅਪਡੇਟ ਪਲੀਜ਼ ਕਰ ਦੋਗੇ ਸਾਡੇ ਪਰਿਵਾਰਾਂ ਦੇ ਨਾਲ ਜੀ। ਹਾਂਜੀ, ਸੋ ਮੈਂ ਦੱਸ ਦਵਾਂ ਕਿ ਜਨਰਲ ਅਪਡੇਟ ਪ੍ਰੋਵਿੰਸ ਵਾਈਡ ਕਿ ਫੇਜ਼ 2 ਐਕਚੁਅਲੀ ਕੀ ਹੈ। ਸੋ ਐਜ਼ ਆਫ ਆਪਣੇ ਜੂਨ 24 ਤੋਂ ਫੇਜ਼ ਪੀਲ ਰੀਜਨ ਫੇਜ਼ 2 ਦੇ ਵਿੱਚ, ਸੋ ਹੁਣ ਜਿਹੜੀਆਂ ਇਕੱਠ ਆਪਾਂ ਕਰ ਸਕਦੇ ਹੋ ਮੈਕਸਿਮਮ 10 ਬੰਦੇ ਹੋ ਸਕਦੇ ਨੇ। ਹੁਣ ਇਹਨੂੰ ਸੋਸ਼ਲ ਬਬਲ ਅਸੀਂ ਕਹਿੰਦੇ ਹਾਂ ਕਿ ਸੇਮ 10 ਬੰਦੇ ਆਪਾਂ ਇੱਕ ਦੂਜੇ ਨੂੰ ਮਿਲ ਸਕਦੇ। ਪਹਿਲਾਂ ਤੁਸੀਂ ਆਪਣੇ ਸਿਰਫ ਇਮੀਡੀਏਟ ਪਰਿਵਾਰ ਜਿਹੜੇ ਤੁਹਾਡੇ ਐਡਰੈਸ ਤੇ ਰਹਿੰਦੇ ਸੀਗੇ, ਹੁਣ ਤੁਸੀਂ ਉਹਨਾਂ ਨੇ ਐਕਸਪੈਂਡ ਕੀਤਾ ਹੁਣ 10 ਬੰਦੇ। ਸੋ ਜਦੋਂ ਅਸੀਂ ਬਿਜ਼ਨਸਿਸ ਬਾਰੇ ਗੱਲ ਕਰਦੇ ਹਾਂ, ਹੁਣ ਜਿਹੜੇ ਖੁੱਲੇ ਨੇ ਹੇਅਰ ਸਰਵਿਸਿਜ਼, ਬਿਊਟੀ ਸਲੂਨ, ਆਪਣੀਆਂ ਭੈਣਾਂ ਹੁਣ ਕਾਫੀ ਖੁਸ਼ ਨੇ ਹੁਣ ਕਿ ਇਹ ਵੀ ਖੁੱਲ ਗਏ ਨੇ। ਸੋ ਜਿਹੜੇ ਸਲੂਨਸ, ਪਾਰਲਰਸ, ਹੇਅਰ ਰਿਮੂਵਲ, ਡੇ ਸਪਾ, ਟੈਨਿੰਗ ਸਲੂਨ, ਆਪਣੇ ਰੈਸਟੋਰੈਂਟਸ ਵੀ ਖੁੱਲ ਗਏ ਨੇ। ਪਰ ਜਿਹੜੇ ਡਾਈਨਿੰਗ ਰੂਮ ਉਹ ਬੰਦ ਹੈ, ਬਾਹਰ ਲੋਕੀ ਬੈਠ ਕੇ ਖਾ ਸਕਦੇ ਨੇ। ਆਪਣੇ ਫੂਡ ਟਰੱਕ ਉਹ ਵੀ ਅਲਾਉਡ ਨੇ, ਵਾਈਨਰੀ, ਬਰੂਰੀ ਤੇ ਆਪਣੇ ਸ਼ਾਪਿੰਗ ਮਾਲ। ਸੋ ਪਰ ਇਨਡੋਰ ਫੂਡ ਸਰਵਿਸ ਤੇ ਜਿਹੜੇ ਥੀਏਟਰ ਤੇ ਆਰਕੇਡਸ ਨੇ ਉਹ ਜੇ ਬੰਦ ਨੇ। ਸੋ ਉਹਨਾਂ ਨੇ ਇਹ ਪ੍ਰੋਵਿੰਸ ਇਹ ਵੀ ਕਿਹਾ ਕਿ ਰੈਕ੍ਰੀਏਸ਼ਨ ਫੈਸਿਲਿਟੀਜ਼ ਵੀ ਖੋਲ ਸਕਦੀਆਂ ਨੇ। ਸੋ ਜਿਹੜੇ ਇਨਡੋਰ ਤੇ ਆਊਟਡੋਰ ਪੂਲਸ ਨੇ, ਜਿਹੜੀ ਪੇਂਟ ਬਾਲਿੰਗ ਹੈ, ਗੋਲਫਿੰਗ ਵਗੈਰਾ, ਕੈਂਪਿੰਗ ਤੇ ਬੀਚਸ ਵੀ ਓਪਨ ਨੇ। ਸੋ ਇਹ ਵੀ ਇਹਨਾਂ ਨੇ ਅਨਾਉਂਸ ਕੀਤਾ ਕਿ ਜਿਹੜੇ ਪਲੇਸਿਸ ਆਫ ਵਰਸ਼ਿਪ ਨੇ, ਆਪਣੇ ਗੁਰਦੁਆਰੇ, ਮਸਜਿਦ, ਮੰਦਿਰ, ਚਰਚਿਸ, ਉਹ 30% ਕਪੈਸਿਟੀ ਤੇ ਉਹ ਖੋਲ ਸਕਦੇ। ਸੋ ਜੇ ਕੋਈ ਹਾਲ 1000 ਬੰਦੇ ਦਾ ਕਪੈਸਿਟੀ ਸੀਗੀ, ਹੁਣ ਸਿਰਫ 300 ਬੰਦਾ ਉੱਥੇ ਜਾ ਸਕਦਾ। ਪਰ ਹਰ ਇੱਕ ਗੁਰਦੁਆਰਾ ਆਪਣਾ ਉਹਨਾਂ ਦਾ ਆਪਣਾ ਪਲਾਨ ਹੈ ਤੇ ਕਈ ਘੱਟ ਵੀ ਲੈਂਦੇ ਨੇ ਤੇ ਉਹਨਾਂ ਦੇ ਕਈ ਉਹਨਾਂ ਦੀ ਆਪਣੀਆਂ ਸੇਫਟੀ ਮੈਜਰਸ ਉਹਨਾਂ ਨੇ ਆਪ ਲਏ ਜਾਂਦੇ। ਸੋ ਜਦੋਂ ਆਪਾਂ ਸਿਟੀ ਬ੍ਰੈਂਪਟਨ ਬਾਰੇ ਗੱਲ ਕਰਦੇ ਹਾਂ, ਸੋ ਅਸੀਂ ਫੇਜ਼ 2 ਦੇ ਵਿੱਚ, ਸੋ ਆਪਣੀਆਂ ਜਿਹੜੀਆਂ ਸਮਰ ਕੈਂਪਸ ਨੇ ਉਹ ਸ਼ੁਰੂ ਹੋ ਜਾਣੀਆਂ ਆਪਣੇ ਜੁਲਾਈ 13 ਤੋਂ ਲੈ ਕੇ ਸਤੰਬਰ 4 ਤੱਕ। ਜਿਹੜੀਆਂ ਸਪਲੈਸ਼ ਪੈਡ ਨੇ ਪਾਰਕਾਂ ਦੇ ਵਿੱਚ ਉਹ ਜੂਨ 27। ਪ੍ਰੋਫੈਸਰਸ ਲੇਕ ਬੀਚ ਉਹ ਓਪਨ ਹੈ, ਸਿਰਫ ਰਿਜ਼ਰਵੇਸ਼ਨ ਸਿਸਟਮ ਤੇ। ਸਾਰੇ ਆਪਣੇ ਜਿਹੜੀਆਂ ਫੀਲਡਸ ਨੇ, ਬਾਸਕਟਬਾਲ ਕੋਰਟਸ ਵਗੈਰਾ ਉਹ ਵੀ ਓਪਨ ਹੋ ਗਈਆਂ ਨੇ। ਸੋ ਤੇ ਜਿਹੜੀਆਂ ਲਾਇਬ੍ਰੇਰੀ ਦੈਟਸ ਓਪਨ ਐਜ਼ ਵੈਲ। ਸੋ ਅੱਜ ਵੀ ਸਾਡਾ ਟੈਸਟਿੰਗ ਸੈਂਟਰ ਖੁੱਲ੍ਹਾ ਸੀਗਾ, ਪੌਪ-ਅਪ ਟੈਸਟਿੰਗ ਗੋਰ ਮੈਡੋਜ਼ ਦੇ ਵਿੱਚ। ਪਰ ਐਵਰੀ ਡੇ ਆਪਣੇ ਸਾਊਥ ਸੈਂਟਰ ਸਪੋਰਟਸ ਪਲੈਕ 500 ਰੇਲ ਆਸਨ ਬੁਲਵਾਰਡ, ਉੱਥੇ ਡਰਾਈਵ ਥਰੂ ਟੈਸਟਿੰਗ ਸੈਂਟਰ ਹੈ। ਐਵਰੀ ਡੇ 8 ਤੋਂ 8 ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਆਪਣੇ ਸ਼ਾਮ ਦੇ 8 ਵਜੇ ਤੱਕ। ਤੇ ਆਪਣੇ ਜਿਹੜੀ ਬੱਸ ਸਰਵਿਸਿਜ਼ ਪਹਿਲੋਂ ਫ੍ਰੀ ਸੀ ਤੇ 50% ਸਰਵਿਸ ਤੇ ਚੱਲ ਰਹੀ ਸੀਗੀ ਸਰਵਿਸ ਸਾਡੀ। ਹੁਣ ਇਸ ਓਪਨਿੰਗ ਬੈਕਅਪ ਤੇ ਫੀਸ ਆਪਾਂ ਲੈਣ ਲੱਗ ਪਏ ਫਿਰ ਦੁਬਾਰਾ। ਤੇ ਰੂਲ ਹੈ ਕਿ ਤੁਹਾਨੂੰ ਮਾਸਕ ਪਾਉਣਾ ਪੈਣਾ। ਸੋ ਜਿਸ ਪ੍ਰੀਕਾਸ਼ਨ ਵਾਸਤੇ ਅਸੀਂ 1 ਲੱਖ ਮਾਸਕ ਆਪਾਂ ਫ੍ਰੀ ਦੇ ਰਹੇ ਹਾਂ ਸਾਡੇ ਡਾਊਨਟਾਊਨ ਆਪਣੇ ਟ੍ਰਾਂਜ਼ਿਟ ਸੈਂਟਰ ਤੋਂ ਤੇ ਆਪਣੇ ਬ੍ਰੈਮਲੀ ਤੋਂ। ਸੋ ਮੇਨ ਇਹੀ ਅਪਡੇਟ ਨੇ। ਬਟ ਫਿਰ ਵੀ ਅਸੀਂ ਲੋਕਾਂ ਨੂੰ ਇਨਕਰੇਜ ਕਰਦੇ ਹਾਂ। ਸਾਡੇ ਨੰਬਰਸ ਘੱਟ ਰਹੇ ਨੇ ਪੂਰੇ ਕੈਨੇਡਾ ਵਾਈਡ, ਅੰਟਾਰੀਓ ਤੇ ਬ੍ਰੈਂਪਟਨ ਵਾਈਡ। ਪਰ ਸੋਸ਼ਲ ਡਿਸਟੈਂਸਿੰਗ ਰੱਖੋ, ਹੱਥ ਧੋ ਆਪਣੇ ਵੱਧ ਤੋਂ ਵੱਧ। ਜੇ ਤੁਸੀਂ ਠੀਕ ਨਹੀਂ ਫੀਲ ਕਰਦੇ ਘਰ ਰਹੋ ਤੇ ਜਿਹੜੇ ਇਕੱਠ ਨੇ ਆਪਣੇ ਪਰਸਨਲ ਉਹਨਾਂ ਨੂੰ ਲਿਮਿਟ ਕਰੋ। ਪਰ ਜੇ ਤੁਹਾਡਾ ਸੋਸ਼ਲ ਬਬਲ 10 ਬੰਦਿਆਂ ਦਾ, ਇਟਸ ਅ ਲਾਈਕ। ਗੁਰਪ੍ਰੀਤ ਜੀ, ਤੇ ਇੱਕ ਕੁਐਸਚਨ ਆ
ਕਹ ਲਓ ਉਹ ਮੇਰੇ ਕੰਮ ਨਾਲ ਵੀ ਰਿਲੇਟਡ ਆ, ਪਰ ਮੈਨੂੰ ਕਿਹਾ ਗਿਆ ਹੈ ਪੁੱਛਣ ਦੇ ਲਈ ਜਿਹੜੀ ਅਪੀਲ ਰੀਜ਼ਨ ਦੇ ਵਿੱਚ ਇਨ ਕਾਰ ਜਾਂ ਇਨ ਟਰੱਕ ਟ੍ਰੇਨਿੰਗ ਆ, ਉਹਨੂੰ ਲੈ ਕੇ ਕਨਫਿਊਜ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਕ੍ਰੀਏਟ ਹੋ ਰਹੀ ਆ। ਬਹੁਤ ਜ਼ਿਆਦੀਆਂ ਜਿਹੜੀਆਂ 311 ਤੇ ਕਾਲਸ ਜਿਹੜੀਆਂ ਜਾ ਰਹੀਆਂ ਸਿਟੀ ਆਫ ਮਿਸਾਗਾ ਨੂੰ, ਸਿਟੀ ਆਫ ਬਰੈਂਪਟਨ ਨੂੰ ਵੀ। ਸੋ ਇਹਦੇ ਬਾਰੇ ਨਾ ਤਾਂ ਪ੍ਰੋਵਿੰਸ ਕੁਛ ਕਲੀਅਰ ਕਰ ਰਹੀ ਆ ਤੇ ਨਾ ਹੀ ਸਿਟੀਜ਼ ਕੁਛ ਕਲੀਅਰ ਕਰ ਰਹੀਆਂ ਜੀ। Well, I think we can find out. ਸਾਡੇ ਆਪਣੇ ਜਿਹੜੇ ਹੁਣ ਇਨ ਗਵਰਨਮੈਂਟ ਸਾਡੇ ਜਿਹੜੇ ਦੋ MPs ਨੇ, ਪ੍ਰਭਮੀਤ ਸਿੰਘ ਸਰਕਾਰੀਆ ਤੇ ਅਮਰਜੋਤ ਸਿੰਘ ਸੰਧੂ, ਉਹਨਾਂ ਕੋਲ ਆਪਾਂ ਪਤਾ ਕਰ ਸਕਦੇ ਹਾਂ। we can let you know very shortly. ਪਰ ਜਿੰਨਾ ਕਿ ਮੈਨੂੰ ਪਤਾ ਜਿਹੜੇ ਕਲੋਜ਼ ਜੇ ਪ੍ਰੋਕਸੀਮਿਟੀ ਦੇ ਵਿੱਚ ਜਿਹੜੇ ਆ ਹੁਣ ਜੌਬਸ ਤੇ ਬਿਜ਼ਨੈਸਿਸ ਵਗੈਰਾ, ਟਰੱਕ ਡਰਾਈਵਿੰਗ ਸਕੂਲ ਜਾਂ ਡਰਾਈਵਿੰਗ ਸਕੂਲ, they are not allowed, but ਅਸੀਂ ਮੇਕ ਸ਼ੋਰ ਕਰ ਸਕਦੇ 100% and we can get back to you. ਓਕੇ, ਸੋ ਨਾਲ ਦੀ ਨਾਲ ਇੱਥੇ ਇੱਕ ਕੁਐਸਚਨ ਆਉਂਦਾ ਹੈ ਕਿ ਐਕਸੀਡੈਂਟ ਜਿਹੜੇ ਆ ਉਹ ਸਿਟੀ ਆਫ ਬਰੈਂਪਟਨ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਪਿਛਲੇ 1 ਵੀਕ ਦੇ ਵਿੱਚ ਜਿਹੜਾ ਕਾਫੀ ਐਕਸੀਡੈਂਟ ਜਿਹੜੇ ਆ ਜੀ ਹੋਏ ਆ, ਤੇ ਇੱਕ ਐਕਸੀਡੈਂਟ ਤੇ ਆਪਾਂ ਨੂੰ ਪਤਾ ਹੀ ਆ ਕਿ ਨਾ ਭੁੱਲਣਯੋਗ ਹੋ ਗਿਆ ਜੀ। ਜੀ, ਸੋ ਕੀ ਆਪ ਕਹਿਣਾ ਚਾਹੁੰਦੇ ਇਹਨਾਂ ਬਾਰੇ ਜੀ? so both ਸਭ ਤੋਂ ਪਹਿਲਾਂ my condolences with the family. Unfortunately ਇੱਕ ਜਨਾਨੀ ਦੇ 3 ਬੱਚੇ ਉਹਨਾਂ ਦੀ ਡੈਥ ਹੋਈ ਸੀ ਕੈਨੇਡਾ ਤੋਂ। ਜਿਹੜਾ ਡਰਾਈਵਰ ਹੈ ਉਹ ਵੀ ਚਾਰਜ ਹੋਇਆ, ਉਹ ਵੀ ਕੈਨੇਡਾ ਤੋਂ। ਸੋ ਸੀ ਵੱਧ ਤੋਂ ਵੱਧ ਅਸੀਂ ਐਜ਼ ਅ ਸਿਟੀ ਐਜ਼ ਅ ਕਾਉਂਸਲਰਸ ਅਬੋਰਡ ਨਾਈਟ ਐਂਡ ਮੈਂ ਤੇ ਆਪਣਾ ਵੀਰ ਹਰਕੀਰਤ ਸਿੰਘ ਅਸੀਂ ਮੇਕ ਸ਼ੋਰ ਕਰਦੇ ਕਿ ਸਾਡੇ ਸਟਰੀਟ ਸੇਫ ਹੋਣ ਆਪਣੇ ਲੋਕਾਂ ਵਾਸਤੇ। ਸੋ ਜਿੱਥੇ ਅਸੀਂ ਆਪਣੇ ਸਟਾਪ ਸਾਈਨ ਤੋਂ ਆ ਸਕਦੇ ਵੀ ਡੂ, ਉਸੇ ਸੇਮ ਸਟਰੀਟ ਤੇ ਕੰਟਰੀ ਸਾਈਡ ਤੇ ਆਪਾਂ 2 ਲਾਈਟਾਂ ਵੀ ਲਵਾਈਆਂ, ਪਰ ਵੀ ਹੈਵ ਟੂ ਡੂ ਮੋਰ। ਹੁਣ ਦੇਖਿਆ ਹਾਈਵੇ 50 ਤੇ ਬਹੁਤ ਵੱਡਾ ਐਕਸੀਡੈਂਟ ਸੀਗਾ, ਉਹ ਆਪਣੇ ਬੌਨ ਤੇ ਟੀਲ ਰੀਜਨ ਦੇ ਬਾਰਡਰ ਤੇ, ਪਰ ਜੁਰਿਸਡਿਕਸ਼ਨ ਸਾਡੀ ਹੈ। ਸੋ ਵੀ ਕੰਟਰੋਲ ਦੈਟ ਹਾਈਵੇ 50। ਸੋ ਸਾਡੀ ਮੀਟਿੰਗ ਹੈ ਅਗਲੇ ਹਫਤੇ ਆਪਣੇ 21 ਡਿਵੀਜ਼ਨ ਦੇ ਸੁਪਰਡੈਂਟੈਂਟ ਸਾਡੇ ਆਪਣੇ ਨਵੇਂ ਜਿਹੜੇ ਬਣੇ ਹੋਏ ਨੇ, ਪੰਜਾਬੀ ਵੀਰ ਨਵੀ ਚੰਦਰ ਸੁਪਰਡੈਂਟੈਂਟ, ਉਹਨਾਂ ਦੇ ਨਾਲ ਹੈ ਤੇ ਵੀ ਹੈਵ ਸਾਡੀ ਸਟਾਫ ਵੀ ਹੋਣੀ ਉੱਥੇ। ਵੀ ਹੈਵ ਟੂ ਫਿਗਰ ਆਊਟ ਹਾਊ ਵੀ ਮੇਕ ਦਿਸ ਮੋਰ ਸੇਫਰ, these particular stretches of road. And so we're going to do something in council very soon and address them ਵਾਸਤੇ, ਪਰ absolutely ਸਾਡਾ ਫੋਕਸ ਹੈ ਸਾਡੇ ਲੋਕਾਂ ਦੇ ਸੇਫਟੀ ਤੇ, it's a priority for us. ਸਾਡੀ ਇੱਕ ਰਿਕੁਐਸਟ ਹੈ ਵਿਜ਼ਨ ਪੰਜਾਬ ਟੀਵੀ ਦੀ ਪੂਰੀ ਟੀਮ ਵੱਲੋਂ ਪਬਲਿਕ ਬਿਹਾਫ ਦੇ ਉੱਪਰ, ਇਹ ਜਿਹੜੀ ਸਟੰਟ ਡਰਾਈਵਿੰਗ ਜਿਹੜੀ ਆ ਜੀ ਬਹੁਤ ਵੱਧ ਗਈ ਆ ਬਰੈਂਪਟਨ ਦੇ ਵਿੱਚ, ਮਿਸਾਗਾ ਦੇ ਏਰੀਏ ਦੇ ਵਿੱਚ। ਤੇ ਦੂਸਰਾ ਜਿਹੜਾ ਕਿ ਗੱਡੀਆਂ ਜਿਹੜੀਆਂ ਨੋਇਜ਼ ਪੋਲਿਊਸ਼ਨ ਦੇ ਬਾਰੇ ਇਹ ਜ਼ਰੂਰ ਜਿਹੜੀ ਆ ਤੁਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਦੀ ਨੋਟਿਸ ਦੇ ਵਿੱਚ ਜ਼ਰੂਰ ਗੱਲ ਲੈ ਕੇ ਆਇਓ ਜੀ। ਇਹ ਹੈਲੋ ਕੱਟਿਆ ਗਿਆ ਸੀਗਾ। ਹਾਂਜੀ, ਮੈਂ ਨੋਇਜ਼ ਪੋਲਿਊਸ਼ਨ ਸੁਣਿਆ। ਹਾਂਜੀ, ਮੈਂ ਕਿਹਾ ਜੇ ਤੁਸੀਂ ਦੱਸਿਆ ਕਿ ਤੁਹਾਡੀ ਮੀਟਿੰਗ ਹੋਣ ਜਾ ਰਹੀ ਆ ਪੁਲਿਸ ਦੇ ਨਾਲ, ਸੋ ਮੈਂ ਕਿਹਾ ਕਿ ਬਰੈਂਪਟਨ ਦੇ ਵਿੱਚ ਮਿਸਾਗਾ ਦੇ ਵਿੱਚ ਸਟੰਟ ਡਰਾਈਵਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ, ਤੇ ਪਲੱਸ ਜਿਹੜਾ ਗੱਡੀਆਂ ਵੱਲੋਂ ਨੋਇਜ਼ ਪੋਲਿਊਸ਼ਨ ਜਿਹੜਾ ਮਫਲਰ ਡਿਫਰੈਂਟ ਤਰ੍ਹਾਂ ਦੇ ਲਾ ਕੇ ਕੀਤਾ ਜਾਂਦਾ। ਸੋ ਇਹਦੇ ਬਾਰੇ ਵੀ ਜਿਹੜੀ ਆ ਜ਼ਰੂਰ ਗੱਲਬਾਤ ਜਿਹੜੀ ਆ ਤੁਸੀਂ ਕਰਿਓ ਜੀ ਉਹਨਾਂ ਦੇ ਨਾਲ। ਸੋ ਮੈਨੂੰ ਲੱਗਦਾ ਕਿ ਜਿਹੜੀ ਕਾਲ ਆ ਉਹ ਡ੍ਰੌਪ ਹੋ ਗਈ ਆ ਗੁਰਪ੍ਰੀਤ ਉਹਨਾਂ ਦੇ ਨਾਲ। ਸੋ ਜਾਂ ਉਹ ਬੈਡ ਸਪੌਟ ਤੇ ਆ ਕਿਤੇ, ਤੇ ਜਾਂ ਮੈਨੂੰ ਲੱਗਦਾ ਕਿ ਕਿ ਉਹ ਬੈਡ ਸਪੌਟ ਤੇ ਹੋਣੇ ਆ, ਕਿਉਂਕਿ ਅਸੀਂ ਤਾਂ ਸਟੂਡੀਓ ਤੋਂ ਕਾਲ ਕੀਤੀ ਹੋਈ ਆ। ਕੋਈ ਨਹੀਂ ਦੋਸਤੋ, ਕੋਈ ਪ੍ਰੋਬਲਮ ਨਹੀਂ। ਜੇ ਦੁਬਾਰਾ ਭਾਜੀ ਉਹਨਾਂ ਨਾਲ ਗੱਲ ਹੋਈ ਤਾਂ ਅਸੀਂ ਜਿਹੜੀ ਸਾਡੀ ਮੇਨ ਗੱਲਬਾਤ ਸੀ ਉਹ ਤਾਂ ਅਸੀਂ ਕਰ ਲਈ ਆ, ਪਰ ਇੱਕ ਕੁਐਸਚਨ ਜਿਹੜਾ ਸੀ ਉਹ ਬਹੁਤ ਜ਼ਰੂਰੀ ਸੀ ਕਿ ਤੁਹਾਡੀਆਂ ਕਾਲਾਂ ਆਈਆਂ ਸੀਗੀਆਂ ਕਿ ਮੰਗਾ ਭਾਜੀ ਇੱਕ ਗੱਲ ਜਿਹੜੀ ਨਾ ਪੱਲੇ ਨਹੀਂ ਪੈ ਰਹੀ, ਗੱਡੀ ਲੈ ਲਈ ਵਧੀਆ, ਬਹੁਤ ਵਧੀਆ ਗੱਡੀ ਤੁਸੀਂ ਸਾਫ਼ ਸੁਥਰੀ ਰੱਖੀ, ਉਦੋਂ ਵੀ ਵਧੀਆ, ਖੁਦ ਤੁਸੀਂ ਸਾਫ਼ ਸੁਥਰੇ ਆ, ਉਦੋਂ ਵੀ ਚੰਗਾ, ਦਿਲ ਤੁਹਾਡਾ ਸਾਫ਼ ਆ, ਉਦੋਂ ਵਧੀਆ ਗੱਲ ਆ। ਉਹ ਜਿਹੜੇ ਗੱਡੀ ਦੇ ਵਿੱਚ ਮੁੜ ਕੇ ਟਕ 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 ਤੁਸੀਂ ਲਾ ਲਈ ਆ, ਜਾਂ ਫਿਰ ਕਿਤੇ ਹਰ ਜਗ੍ਹਾ ਚੀਕਾਂ ਕਢਾਉਂਦੇ ਫਿਰਦੇ ਆ, ਉਹਦਾ ਮਤਲਬ ਮੇਰੇ ਪੱਲੇ ਨਹੀਂ ਪੈ ਰਿਹਾ ਕਿ ਉਹ ਕੀ ਆ। ਔਰ ਤੁਸੀਂ ਇਹ ਦੇਖੋ ਕਿ ਬਹੁਤ ਪਰਿਵਾਰ ਇਦਾਂ ਦੇ ਆ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਆ, ਜਦੋਂ ਤੁਸੀਂ ਉਹ ਕਿਤੇ ਰੈੱਡ ਲਾਈਟ ਦੇ ਉੱਤੇ ਜਾਂ ਸਟਾਪ ਸਾਈਨ ਦੇ ਉੱਤੇ ਸਲੋ ਹੁੰਦੇ ਆ, ਗੱਡੀ ਪਿੱਛੇ ਆਉਂਦੀ ਆ, ਸੋ ਇੱਕਦਮ ਹੀ ਉਹ ਗੱਡੀ ਠਾ 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 ਜਿਹੜੀ ਆ ਆਵਾਜ਼ ਕਰ ਦਿੰਦੀ ਆ। ਸੋ ਆਮ ਮੈਂ ਦੇਖਿਆ, ਮੈਂ ਖੁਦ ਦੇਖਿਆ ਲੋਕਾਂ ਨੂੰ ਇਹਦਾ ਕੰਨਾਂ ਦੇ ਉੱਤੇ ਹੱਥ ਰੱਖਦਿਆਂ ਦੇ ਉੱਤੇ ਤੇ ਇੱਕਦਮ ਹੀ ਪੈਨਿਕ ਹੁੰਦਿਆਂ ਨੂੰ। ਪੈਨਿਕ ਮੰਗਾ ਭਾਜੀ ਫਿਰ ਪਤਾ ਕੀ ਕਰਦੀ ਆ, ਗੱਡੀ ਹੌਲੀ ਕਰਦੇ ਆ, ਲਾਈਟਾਂ ਦੇ ਕੋਲ ਜੇ ਲਾਈਟਾਂ ਵੇਟ ਕਰਦੇ ਆ ਕਿ ਉਦੋਂ ਬਾਅਦ ਫਿਰ ਕਰਕੇ ਫਿਰ ਭਜਾਉਣੀ ਆ, ਡਬਲ ਗੈਸ, ਦਿਮਾਗ ਖਰਾਬ, ਗੁਆਂਢੀਆਂ ਨੂੰ ਤੰਗ ਕਰਨਾ,
ਇਹ ਪਤਾ ਨਹੀਂ ਕਿੱਥੇ ਦੀ ਸਿਆਣਪ ਇਹਨਾਂ ਨੂੰ ਕਿਹਨੇ ਕਹਿਤਾ ਆ ਵੀ ਆਹ $500-600 ਲੈ ਕੇ ਤਾਂ ਉਹ ਜਿਹੜੇ ਆ ਜੀ ਪਟਾਕੇ ਲਵਾ ਲਓ ਵਿੱਚ। ਪਰ ਜੌਨ ਸਾਹਿਬ ਇੱਕ ਮੇਰਾ ਕੁਐਸਚਨ ਆ ਐਜ਼ ਏ ਮੀਡੀਆ ਦੇ ਤੌਰ ਦੇ ਉੱਤੇ, ਪਰਿਵਾਰਾਂ ਲਈ ਵੀ, ਤੁਹਾਡੇ ਲਈ ਵੀ, ਸਾਰਿਆਂ ਦੇ ਲਈ। ਹਾਂਜੀ। ਹੁਣ ਇੱਕ ਜਿਹੜੀ ਇਹ ਨੰਬਰ ਪਲੇਟ ਦੀ ਆਪਾਂ ਗੱਲ ਕਰਦੇ ਸੀ, ਜਿਹਨੇ ਆਪਣੇ ਉੱਥੇ ਗੋਰਵੇ ਤੇ ਤਾਂ ਆਪਣੇ ਡੈਰੀ ਦੇ ਕੋਲ ਬਹੁਤ ਧੂਆਂ ਕੱਢਿਆ, ਕ੍ਰਾਈਸਲਰ 300 ਕਾਲੇ ਰੰਗ ਦੀ। ਇੱਕ ਸੈਕਿੰਡ, ਜਿਹੜੀ ਸੂਬੇਦਾਰ ਵਾਲੀ ਪਲੇਟ ਆ ਉਹ ਕਾਲੀ, ਉਹ ਜਿਹੜੇ ਪਲੇਟ ਉਹੀ ਗੱਲਬਾਤ। ਓਕੇ ਹੁਣ ਉਹ ਸੂਬੇਦਾਰ ਉਹਦਾ ਪਲੇਟ ਹੈ, ਪਰ ਪੁਲਿਸ ਲੋਕਾਂ ਤੋਂ ਕਿਉਂ ਮਦਦ ਮੰਗ ਰਹੀ ਆ? ਕਿਉਂ ਜਿਹੜਾ ਕ੍ਰਾਈਮ ਦਾ ਨੰਬਰ ਜਿਹੜਾ ਦੇ ਰਹੀ ਆ ਜੀ, ਇਹ ਤੇ 1-800 ਤੇ ਨੰਬਰ ਕਰੋ, ਇਹਨਾਂ ਨੂੰ ਟਰੇਸ ਕਰੋ। ਸੂਬੇਦਾਰ ਦੀ ਪਲੇਟ, ਜੇ ਮੈਨੂੰ ਇੱਥੇ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਪੁਲਿਸ ਦੀ, ਰਾਈਟ? ਪੁਲਿਸ ਸਿੱਧਾ ਨੰਬਰ ਪਲੇਟ ਦਾ ਪਾਵੇ, ਐਡਰੈਸ ਪਾਵੇ, ਕਿੱਥੇ ਆ, ਟਰੇਸ ਕਰ ਕਿਉਂ ਨਹੀਂ ਕਰ ਸਕਦੀ ਟਰੇਸ? ਮੰਗਾ ਭਾਜੀ ਉਹ ਨਹੀਂ, ਉਹ ਪਤਾ ਕੀ ਚੱਕਰ ਆ, ਟਰੇਸ ਪੁਲਿਸ ਨੇ ਤਾਂ ਕਮੈਂਟ ਚ ਕਰ ਲੈਣਾ ਨੰਬਰ ਪਲੇਟ ਤੱਕ, ਕਿਤੇ ਵੀ ਸੁਰਿੰਦਰ ਜੌਲ ਪਾਤਾ ਜਾਂ ਨਰਿੰਦਰ ਜਸਵਾਲ ਪਾਤਾ। ਪੁਲਿਸ ਮੰਗ ਰਹੀ ਆ ਕਿ ਜਿੱਥੇ ਇਹ ਕੁਝ ਹੋਇਆ ਨਾ, ਉੱਥੇ ਜੋ ਕੁਝ ਹੋਇਆ ਉਹ ਸਾਡੇ ਨਾਲ ਸਾਂਝਾ ਕਰੋ। ਓਕੇ, ਪੁਲਿਸ ਉਹ ਚੀਜ਼ਾਂ ਮੰਗ ਰਹੀ ਆ ਕਿ ਜਿੱਥੇ ਇਹ ਗੱਡੀ ਦਾ ਸਾਰਾ ਕੁਝ ਉਹਨੇ ਕਰਾਇਆ, ਕਿ ਜੇ ਕਿਸੇ ਕੋਲ ਉੱਥੇ ਦੀ ਅਪਡੇਟ ਆ ਉਹ ਸਾਡੇ ਨਾਲ ਸਾਂਝੀ ਕਰੋ। ਠੀਕ ਹਾਂ, ਉਹ ਮੰਗ ਰਹੀ ਆ ਪੁਲਿਸ ਨੇ। ਤੁਹਾਨੂੰ ਪਤਾ ਹੀ ਹੈ ਜੀ, ਮੈਨੂੰ ਮੈਨੂੰ ਸਮਝਣ ਚ ਲੱਗੀ ਗੱਲ। ਹਾਂਜੀ, ਉਹ ਤਾਂ ਪੁਲਿਸ ਨੇ ਜੀ ਜਿੱਥੇ ਵੀ ਇੱਕ ਅੱਖਰ ਪਾ ਲਿਆ ਤਾਂ ਦਾਦੇ ਨਾਨਕੇ ਸਾਰੇ ਕੱਢ ਕੇ ਇੱਕ ਮਿੰਟ ਦੇ ਵਿੱਚ। ਜੇ ਪੁਲਿਸ ਨੂੰ ਇਹਨਾਂ ਚੀਜ਼ਾਂ ਦੇ ਲਈ ਵੀ ਸਾਡੀ ਹੈਲਪ ਦੀ ਜ਼ਰੂਰਤ ਪੈ ਗਈ ਤੇ ਫਿਰ ਤੇ ਅਸੀਂ ਬਹੁਤ ਪਛੜੇ ਵਾਲੇ ਪਾਸੇ ਚੱਲ ਜਾਵਾਂਗੇ ਨਾ ਜੀ। ਮੰਗਾ ਭਾਜੀ ਇੱਕ ਚੀਜ਼ ਹੋਰ ਮੈਂ ਸਾਂਝੀ ਕਰਨੀ ਸੀ ਕਿ ਆਪਣੇ, ਵੈਸੇ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਮੇਰਾ ਕਾਫੀ ਭੈਣ ਭਰਾਵਾਂ ਨਾਲ, ਕਾਫੀ ਯਾਰਾਂ ਦੋਸਤਾਂ ਨਾਲ ਬੜਾ ਪਿਆਰ ਆ। ਸਵੀਟ ਮੈਲ ਦੀ ਗੱਲਬਾਤ ਕੀਤੀ ਸੀ, ਜਾਂ ਅਸੀਂ ਸਾਡਾ ਆਪਣਾ ਕਲੇ ਓਵਨ ਦੀ ਗੱਲਬਾਤ ਕੀਤੀ ਸੀ, ਜਾਂ ਨੈਸ਼ਨਲ ਸਵੀਟ ਦੀ ਗੱਲਬਾਤ ਕੀਤੀ ਸੀ। ਤਾਂ ਇੱਕ ਗੱਲਬਾਤ ਹੋਰ ਵੀ ਜਿਹੜੀ ਇੱਥੇ ਕਰ ਜਾਂਦੇ ਆ ਕਿ ਫਰੈਂਡ ਬਿਊਟੀ ਸਲੂਨ ਵੀ ਸਾਡਾ ਆਪਣਾ ਘਰ ਦਾ ਹੀ ਆ ਜੀ। ਉੱਥੋਂ ਵੀ ਕਾਲ ਆਈ ਸੀਗੀ ਕਿ ਮੈਨੂੰ ਇੱਕ ਗੱਲ ਨਾਲ ਜ਼ਰੂਰ ਦੱਸ ਦਿਓ ਜੀ ਕਿ ਤੁਸੀਂ ਵੀ ਕੁਝ ਸਪੈਸ਼ਲ ਲਾਉਣਾ ਆ, ਜਿੱਥੇ ਬਾਕੀਆਂ ਨੇ ਥਾਲੀਆਂ ਕੱਢੀਆਂ ਆ ਜਾਂ 2 ਥਾਲੀਆਂ ਦੇਣੀਆਂ, ਜਾਂ ਤੁਸੀਂ, ਮੈਂ ਕਿਹਾ ਸੀ ਕਿ ਜੇ ਉਹਦੇ ਨਾਲ ਅਸੀਂ ਡਰਿੰਕ ਫ੍ਰੀ ਕਰਾਂਗੇ, ਜੇ ਤੁਸੀਂ ਵੀ ਕੋਈ ਸਪੈਸ਼ਲ ਲਾਉਣਾ ਹੋਵੇ ਤਾਂ ਮੈਨੂੰ ਫੋਨ ਤੇ ਦੱਸ ਦਿਓ। ਪਰ ਇੱਥੇ ਇੱਕ ਗੱਲ ਜ਼ਰੂਰ ਕਵਾਂਗੇ ਜੌਲ ਸਾਹਿਬ, ਕਿਉਂਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਕੋਵਿਡ ਦਾ ਇਹ ਦੌਰ ਸ਼ੁਰੂ ਹੋਇਆ ਸੀ, ਸੋ ਕੋਵਿਡ ਦੇ ਦੌਰ ਦੇ ਵਿੱਚ ਇੱਕ ਗੱਲ ਜਿਹੜੀ ਦੇਖਣ ਨੂੰ ਮਿਲੀ ਸੀ ਕਿ ਅਸੀਂ ਗਰੋਸਰੀ ਸਟੋਰਾਂ ਵਾਲਿਆਂ ਦੇ ਉੱਤੇ ਉਂਗਲ ਚੁੱਕ ਦਿੱਤੀ ਸੀ ਕਿ ਉਹਨਾਂ ਨੇ ਪ੍ਰੋਡਕਟ ਬਹੁਤ ਮਹਿੰਗੇ ਹੋਏ ਨੇ। ਤੇ ਜਦੋਂ ਹੁਣ ਫੇਜ਼ 2 ਦੇ ਵਿੱਚ ਜਿਹੜੀਆਂ ਬਾਰਬਰ ਸ਼ਾਪ, ਸਲੂਨ ਸ਼ਾਪ ਖੁੱਲੀਆਂ ਆ, ਉਹਨਾਂ ਵੱਲੋਂ ਵੀ ਕੀਮਤਾਂ ਜਿਹੜੀਆਂ ਆ ਉਹ ਇੱਕਦਮ ਹੀ, ਮੈਂ ਤਾਂ ਕਹਿ ਵੀ ਨਹੀਂ ਸਕਦਾ ਵੀ ਕਿੰਨੇ ਪਰਸੈਂਟ, 200% ਜਿਹੜੀਆਂ ਪ੍ਰਾਈਸਾਂ ਜਿਹੜੀਆਂ ਉਹਨੇ ਅਪ ਕਰ ਦਿੱਤੀਆਂ। ਸੋ ਉਹ ਵੀ ਜਿਹੜੀ ਆ ਬਿਲਕੁਲ ਜਿੰਨਾ ਕਿ ਅਸੀਂ ਗਰੋਸਰੀ ਸਟੋਰਾਂ ਨੂੰ ਨਿੰਦਿਆ ਸੀ, ਅਸੀਂ ਉਹਨਾਂ ਨੂੰ ਵੀ ਉਨਾ ਹੀ ਬਰਾਬਰ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨਾ ਕਿਸੇ ਮੋਰਤਵਾਰ ਸੱਜਣ ਨੂੰ ਲੈ ਕੇ ਆਵਾਂਗੇ ਕਿ ਕੀ ਜਿਹੜਾ ਅਪ ਹੋਇਆ ਜਾਂ ਕਿਸ ਤਰ੍ਹਾਂ ਹੋਇਆ। ਜ਼ਰੂਰ ਇਹ ਤੇ ਵੀ ਆਪਾਂ ਗੱਲਬਾਤ ਜਿਹੜੀ ਕਰਾਂਗੇ। ਪਰ ਮੰਗਾ ਭਾਜੀ ਜਿਹੜਾ ਤੁਹਾਡਾ ਕੁਐਸਚਨ ਸੀ, ਕਈ ਜਣਿਆਂ ਨੂੰ ਸਮਝ ਨਹੀਂ ਆਈ, ਇੱਕ ਵਾਰੀ ਰਿਪੀਟ ਕਰ ਦਿਓ। ਪਰ ਮੇਰੇ ਕੋਲ ਆਨਸਰ ਵੀ ਆ ਗਿਆ ਜੀ ਉਹਦਾ। ਬਿਲਕੁਲ, ਜਿਹੜਾ ਮਾਸੀ ਦੀ ਸੱਸ ਨਾਲ ਦੀ ਨਾਲ ਸਾਡੇ ਨਾਲ ਜੀ ਵਿਨੀਪੈਗ ਤੋਂ ਕਾਲ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਕੀ ਸੀ ਉਹਦੇ ਜੀ? ਸੂਈ ਧਾਗਾ ਜੀ। ਇੱਕ ਸਾਡੇ ਵੀਰ ਜਸਵਿੰਦਰ ਸਿੰਘ ਉਹਨਾਂ ਨੇ ਬਾਤ ਪਾਈ ਸੀ, ਨਿੱਕੀ ਜੇ ਕੁੜੀ ਲੈ ਪਰਾਂਦਾ ਤੋਰੀ, ਤੇ ਇਹ ਵਿਨੀਪੈਗ ਤੋਂ ਕਾਲ ਆ ਜੀ, ਸਾਡੀ ਟੀਮ ਦੇ ਮੈਂਬਰਾਂ ਤੋਂ। ਦੱਸਦੇ ਕਹਿੰਦੇ ਜੀ ਇਹਦਾ ਜਵਾਬ ਹੈਗਾ ਸੂਈ ਧਾਗਾ। ਤੇ ਲਓ ਜੀ, ਨੀਲੂ ਉਹਨਾਂ ਨੂੰ ਪੁੱਛਣਾ ਸੀ ਵੈਜੀ ਥਾਲੀ ਲੈਣੀ ਹੈ ਕਿ ਨਾਨ ਵੈਜੀ ਲੈਣੀ ਆ? ਹਾਂਜੀ, ਤੁਸੀਂ ਆਪਣੀ ਥਾਲੀ ਦਾ ਅਰੇਂਜਮੈਂਟ ਜੀ ਇੱਥੋਂ ਖੁਦ ਹੀ ਕਰਨਾ। ਠੀਕ ਹੈ ਜੀ, ਥੈਂਕ ਯੂ ਨੀਲੂ ਬਾ। ਲਓ ਜੀ, ਇੱਕ ਮੈਂ ਹੋਰ ਸਵਾਲ ਪਾਇਆ ਸੀਗਾ, ਬੁੱਝੋ ਜੇ ਬੁੱਝ ਸਕਦੇ ਆ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਵਹੁਟੀ ਨੂੰ ਕੀ ਕਹੋਗੇ? ਪਰ ਇਹ ਨਹੀਂ ਆ ਜੀ ਫਲਾਨਾ ਕਵਾਂਗੇ, ਲੌਜਿਕ ਦੇ ਨਾਲ ਸਮਝਾਉਣਾ ਪੈਣਾ, ਕਿਉਂਕਿ ਮੇਰੇ ਕੋਲ ਜਾਂ ਤਾਂ ਪੁੱਠੇ ਪਾਸਿਓਂ ਤੁਹਾਨੂੰ ਮਾਸੀ ਤੱਕ ਪਹੁੰਚਣਾ ਪੈਣਾ, ਜਾਂ ਮਾਸੀ ਤੋਂ ਤੁਹਾਨੂੰ ਮੁੰਡੇ ਦੀ ਗਾਂ ਜਿਹੜੀ ਆ ਉਹਦੀ ਵਹੁਟੀ ਤੱਕ ਪਹੁੰਚਣਾ ਪੈਣਾ। ਇੱਕ ਰਿਸ਼ਤੇ ਨੂੰ ਜਦੋਂ ਤੁਸੀਂ ਜੋੜਦੇ ਜਾਓਗੇ, ਫਿਰ ਤੁਸੀਂ ਜਾ ਕੇ ਇਹਦਾ ਸਹੀ ਜਵਾਬ ਜਿਹੜਾ ਆ ਉਹ ਦੇ ਪਾਓਗੇ। ਤੁਹਾਨੂੰ ਇਹ ਮੇਰੇ ਪੁੱਛਣ ਦਾ ਮਤਲਬ ਪਤਾ ਕੀ ਐਕਚੁਅਲੀ ਜੋ ਅਸੀਂ ਰਿਸ਼ਤੇ ਨਾਤੇ ਬਹੁਤ ਭੁੱਲ ਚੁੱਕੇ ਹਾਂ। ਅਸੀਂ ਅੰਕਲ ਆਂਟ ਦੇ ਵਿੱਚ ਹੀ ਹੈ ਨਾ, ਬਸ ਮੌਮ ਡੈਡ ਦੇ ਵਿੱਚ ਹੀ ਫਸ ਕੇ ਰਹਿ ਗਏ ਆ। ਬਸ ਇਹ ਤੋਂ ਗਾਂ ਆਪਾਂ ਭੂਆ, ਫੁੱਫੜ, ਤਾਏ, ਚਾਚੇ, ਮਾਸੀ, ਮਾਸੜ, ਇਹ ਰਿਸ਼ਤਿਆਂ ਤੋਂ ਆਪਾਂ ਨਾ ਕੋਹਾਂ ਦੂਰ ਜਿਹੜਾ ਉਹ ਚਲੇ ਗਏ ਆ। ਦੇਰ ਦਰਾਣੀਆਂ, ਜੇਠ ਜਠਾਣੀਆਂ, ਇਹਨਾਂ ਚੀਜ਼ਾਂ ਦਾ ਜਿਹੜਾ ਕੁਝ ਬਹੁਤ ਅਸੀਂ ਪਿੱਛੇ ਛੱਡ ਗਏ। ਬਿਲਕੁਲ ਮੰਗਾ ਭਾਜੀ, ਇੱਕ ਚੀਜ਼ ਹੋਰ ਮੈਂ ਸਾਂਝੀ ਕਰਨੀ ਸੀ। ਜਿਹੜਾ ਕੱਲ ਐਕਸੀਡੈਂਟ ਹੋਇਆ ਸੀਗਾ
ਆਪਣੇ 50 ਤੇ ਹਾਂਜੀ 50 ਤੇ ਉਹਦੀ ਕੋਈ ਅਪਡੇਟ ਹੈਗੀ ਆ ਕਿ ਕਿਸ ਤਰ੍ਹਾਂ ਹੋਇਆ, ਜਾਂ ਉਹ ਜਿੱਦਾਂ ਟਰੱਕ ਉਲਟਿਆ, ਅੱਗ ਲੱਗੀ ਆ, ਬੌਬਟੇਲ ਜਲ ਕੇ ਸਵਾਹ ਹੋ ਗਿਆ, ਉਹ ਤਾਂ ਮੈਨੂੰ ਪਤਾ, ਕੋਈ ਜਾਨੀ ਨੁਕਸਾਨ ਤੇ ਨਹੀਂ ਕਿਸੇ ਦਾ ਹੋਇਆ? ਨਹੀਂ, ਉਹ ਤਾਂ ਮੇਰੇ ਖਿਆਲ ਜਾਨੀ ਨੁਕਸਾਨ ਨਹੀਂ ਉੱਥੇ ਕੋਈ ਵੀ ਹੋਇਆ, ਇੰਨੀ ਕੀ ਅਪਡੇਟ ਹੈ ਅਜੇ ਤੱਕ ਉੱਥੇ, ਪਰ ਬਹੁਤੀ ਅਪਡੇਟ ਉਹਨੇ ਰਿਲੀਜ਼ ਨਹੀਂ ਕੀਤੀ ਅਜੇ। ਤੇ ਇੱਕ ਕੱਲ ਜਿਹੜੀ ਹੈ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਆ ਬਰੈਂਪਟਨ ਦੇ ਵਿੱਚ। ਸੈਂਡਲਵੁੱਡ ਤੇ ਕਨਸਟੋਗਾ ਡਰਾਈਵ ਆ, ਬਿਲਕੁਲ ਸਾਡੇ ਤੋਂ 2-3 ਕਿਲੋਮੀਟਰ ਆ। ਦਿਨ ਦਿਹਾੜੇ ਮੈਂ ਕਹਿ ਸਕਦਾ ਸ਼ਾਮ ਨੂੰ 5 ਵਜੇ ਕੇ ਤਕਰੀਬਨ 5:30 ਵਜੇ ਦਾ ਟਾਈਮ ਸੀਗਾ ਕਿ ਦੋ ਜਾਣੇ ਇੱਕ ਘਰ ਦੀ ਡੋਰ ਨੌਕ ਕਰਦੇ ਆ, ਡੋਰ ਖੁੱਲਦੇ ਸਾਰੀ ਆ ਜੀ ਉਹਨਾਂ ਤੇ ਰਿਵਾਲਵਰ ਜਿਹੜਾ ਰੱਖ ਲਿਆ ਮੰਗਾ ਭਾਜੀ, ਤੇ ਘਰ ਦਾ ਸਾਰਾ ਸਮਾਨ ਜਿਹੜਾ ਲੁੱਟ ਕੇ ਲੈ ਗਏ ਆ। ਇਹ ਹਾਲ ਆ ਦੋਸਤੋ ਹੁਣ ਬਰੈਂਪਟਨ ਦਾ। ਤੁਸੀਂ ਕਦੀ ਵੀ ਆਪਣੀ ਡੋਰ ਓਪਨ ਕਰਨੀ ਆ ਨਾ ਤਾਂ ਪਲੀਜ਼ ਇਹ ਚੀਜ਼ਾਂ ਦਾ ਖਿਆਲ ਰੱਖਿਓ ਕਿ ਬਾਹਰ ਕੌਣ ਆ, ਥੋੜਾ ਬਹੁਤਾ ਦੇਖ ਕੇ ਉਹ ਜ਼ਰੂਰ ਡੋਰ ਖੋਲਿਓ। ਕਈ ਵਾਰੀ ਸਾਡੇ ਬੱਚੇ ਹੁੰਦੇ ਆ ਜਾਂ ਸਾਡੇ ਬਜ਼ੁਰਗ ਘਰਾਂ ਵਿੱਚ ਹੁੰਦੇ ਆ, ਤਾਂ ਇਹਨਾਂ ਗੱਲਾਂ ਦਾ ਜਿਹੜਾ ਆ ਜੀ ਜ਼ਰੂਰ ਖਿਆਲ ਰੱਖਿਆ ਕਰੋ। ਹੁਣ ਆਹ ਕੁਝ ਵੀ ਜਿਹੜਾ ਆਮ ਹੁੰਦਾ ਜਾ ਰਿਹਾ ਹੈ ਬਰੈਂਪਟਨ ਦੇ ਵਿੱਚ। ਬਿਲਕੁਲ ਜੀ, ਕਿਉਂਕਿ ਜਦੋਂ ਪਹਿਲਾਂ ਬਾਤਾਂ ਪਾਈਆਂ ਸੀ, ਸੌਖੀ ਬਾਤ ਜਿਹੜੀ ਪਾਈ ਸੀ, ਮੈਂ ਆ ਢਾਂਗਾ ਵਿੱਚ ਟੱਲ ਮਟੱਲੀਆਂ ਹੁਣ ਗੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ, ਬੜੀ ਜਲਦੀ ਸਾਰਿਆਂ ਨੇ ਜਵਾਬ ਦਿੱਤਾ ਸੀਗਾ। ਸੋ ਮੈਨੂੰ ਲੱਗਦਾ ਮਾਸੀ ਦੀ ਸੱਸ ਦੇ ਪੋਤੇ ਵਾਲੀ ਗੱਲ ਦੇ ਉੱਤੇ ਗੱਲ ਅੜ ਗਈ ਆ। ਕੋਈ ਗੱਲ ਨਹੀਂ, ਆਪਾਂ ਇਹਨੂੰ ਅਗਲਿਆਂ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜਾ ਜੀ ਕੰਟੀਨਿਊ ਪਰ ਮੇਰੇ ਕੋਲ ਜਵਾਬ ਹੈਗਾ, ਮੈਂ ਦੱਸ ਕੇ ਜਾਵਾਂਗਾ ਜਾਣ ਲੱਗਾ ਜੇ ਸਹੀ ਹੋਇਆ ਤਾਂ। ਠੀਕ ਹੈ। ਪਰ ਇੱਕ ਜਿਹੜੀ ਹੋਰ ਗੱਲਬਾਤ ਜਿਹੜੀ ਸੀ ਸਾਂਝੀ ਕਰ ਰਹੀ ਹੈ ਜਾਣ ਤੋਂ ਬਾਅਦ, ਦੇਖੋ ਜਿੱਥੇ ਕੋਵਿਡ-19 ਦੇ ਕੇਸ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਬੜੀ ਭਰਮਾਰ ਆਈ ਸੀਗੀ, ਇੱਕਦਮ ਜਿਹੜੇ ਆ ਕੇਸ ਕਾਫੀ ਸਾਰੇ ਵਧੇ ਸੀ, ਤਾਂ ਦੂਜੇ ਬੰਨੇ ਸਾਡੀ ਲੋਕਲ 에ਅਰਲਾਈਨ ਆ ਜੀ ਵੈਸਟਜੈਟ ਵਾਲਿਆਂ ਨੇ ਮੰਗਾ ਭਾਜੀ ਅੱਜ ਦੀ ਜਿਹੜੀ ਨਿਊਜ਼ ਸੀ ਕਿ ਫਿਜ਼ੀਕਲ ਡਿਸਟੈਂਸ ਨੂੰ ਜਿਹੜੇ ਆ ਜੀ ਉਹ ਡੋਮੈਸਟਿਕ ਫਲਾਈਟਾਂ ਦੇ ਵਿੱਚ ਖਤਮ ਕਰਨ ਜਾ ਰਹੇ ਆ ਜੀ। ਮੇਰੇ ਹਿਸਾਬ ਦੇ ਨਾਲ ਕਿਉਂਕਿ ਕਰੋਨਾ ਦੇ ਉੱਤੇ ਕਿਸੇ ਦਾ ਕਲੀਅਰ ਸਟੈਂਡ ਹਾਏ ਨਹੀਂ ਹੈ, ਮੈਂ ਤਾਂ ਇਹ ਸਿੱਧੀ ਗੱਲ ਕਹੂੰਗਾ। ਹਾਂਜੀ। ਕਰੋਨਾ ਇਹ ਡਰ ਹੀ ਪਾਤਾ ਆ। ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਦਾ ਵੀ ਸਾਡੀ ਇਹ ਜਿਹੜੀ ਡਰਾਈਵਿੰਗ ਟ੍ਰੇਨਿੰਗ ਹੈ ਨਾ, ਉਹ ਤਿੰਨਾਂ ਮਿਨਿਸਟਰੀਆਂ ਦੇ ਥੱਲੇ ਆਉਂਦੀ ਹੈ। ਮਿਨਿਸਟਰੀ ਆਫ ਐਜੂਕੇਸ਼ਨ, ਮਿਨਿਸਟਰੀ ਆਫ ਟਰਾਂਸਪੋਰਟ ਅਤੇ ਮਿਨਿਸਟਰੀ ਆਫ ਹੈਲਥ। ਤਿੰਨਾਂ ਦੇ ਕੋਲ ਕੋਈ ਵੀ ਕਲੀਅਰ ਸਟੇਟਮੈਂਟ ਨਹੀਂ ਹੈਗੀ। ਮੈਂ ਸਾਰਿਆਂ ਨੂੰ ਪੁੱਛ ਚੁੱਕਾ। ਮੈਂ ਸਾਡੇ ਜਿਹੜੇ ਕਾਉਂਸਲਰ ਆ ਹਰਕੀਰਤ ਸਿੰਘ, ਹੁਣ ਤੁਸੀਂ ਸਾਡੇ ਸਾਹਮਣੇ ਗੁਰਪ੍ਰੀਤ ਉਹਨਾਂ ਨੂੰ ਪੁੱਛ ਲਿਆ, ਮੈਂ ਦੀਪਕ ਆਨੰਦ ਉਹਨਾਂ ਦੀ ਕਾਲ ਆਈ ਸੀ, ਕਹਿੰਦੇ ਮੈਂ ਤੁਹਾਨੂੰ ਦੱਸਾਂਗਾ, ਅੱਜ ਉਹਨਾਂ ਨਾਲ ਦੁਬਾਰਾ ਗੱਲ ਕਰਾਂਗੇ ਭਾਜੀ। ਉਹ ਨਹੀਂ, ਕਿਸੇ ਦੇ ਕੋਲ ਕਲੀਅਰ ਹੈ ਹੀ ਨਹੀਂ ਹੈ ਜੀ। ਕਮਾਲ ਦੀ ਗੱਲ ਹੈ, ਕਿਸੇ ਦੇ ਕੋਲ ਕੋਈ ਵੀ ਕਲੀਅਰ ਨਹੀਂ ਹੈਗੀ। ਤੁਸੀਂ ਇਹ ਦੱਸੋ, ਡਰਾਈਵ ਟੈਸਟ ਸੈਂਟਰ ਖੁੱਲਾ ਆ, ਡਰਾਈਵ ਟੈਸਟ ਸੈਂਟਰ ਦੇ ਵਿੱਚ ਐਗਜ਼ਾਮੀਨਰ ਤੁਹਾਡਾ ਟੈਸਟ ਲੈ ਰਿਹਾ ਆ, ਉਹ ਨਾਲ ਦੀ ਸੀਟ ਤੇ ਬੈਠ ਕੇ ਟੈਸਟ ਲੈ ਰਿਹਾ, ਤੇ ਟ੍ਰੇਨਿੰਗ ਦੇਣ ਦੇ ਵਿੱਚ ਕੀ ਪ੍ਰੋਬਲਮ ਹੈ ਜੀ? ਹਾਂਜੀ ਚਲੋ ਦੇਖੋ ਜੀ, ਜੇ ਕਿਸੇ ਕੋਲ ਇਸ ਗੱਲ ਦਾ ਜਵਾਬ ਵੀ ਹੋਇਆ ਤਾਂ ਉਹ ਵੀ ਜ਼ਰੂਰ ਦੇ ਦਿਓ। ਤੇ ਇੱਕ ਪਿਛਲੇ ਦਿਨਾਂ ਦੇ ਵਿੱਚ ਬੜਾ ਹਾਈ ਪ੍ਰੋਫਾਈਲ ਕੇਸ ਹੈ ਜੀ ਟੋਰਾਂਟੋ ਦੇ ਵਿੱਚ। ਇੱਕ ਪੁਲਿਸ ਆਫਸਰ ਆਫ ਡਿਊਟੀ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਆ। ਇਹ ਕੇਸ ਕਾਫੀ ਚਿਰ ਤੋਂ ਚੱਲਦਾ ਸੀ ਤੇ ਅੱਜ ਉਹ ਪੁਲਿਸ ਅਫਸਰ ਨੇ ਜਿਹੜਾ ਜੀ ਗਿਲਟੀ ਪਲੀ ਕਰ ਲਈ ਆ। ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਇਹ ਸਾਰਾ ਪਰਿਵਾਰ ਜਿਹੜਾ ਪੁਲਿਸ ਦੇ ਵਿੱਚ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਇਹ ਕਰਵਟ ਕਿਸ ਤਰ੍ਹਾਂ ਦਾ ਕੇਸ ਲੈਂਦਾ ਤੇ ਕਿਹੜੀ ਸਜ਼ਾ ਜਿਹੜੀ ਪੁਲਿਸ ਅਫਸਰ ਨੂੰ ਮਿਲਦੀ ਆ। ਇਹ ਕਾਫੀ ਲੰਬਾ ਕੇਸ ਜਿਹੜਾ ਚੱਲਿਆ ਆ, ਤੇ ਉਸ ਤੋਂ ਬਾਅਦ ਅੱਜ ਪੁਲਿਸ ਅਫਸਰ ਨੇ ਜਿਹੜੀ ਆ ਜੀ ਗਿਲਟੀ ਪਲੀ ਕਰ ਲਈ ਆ। ਪੰਜਾਬ ਪੁਲਿਸ ਦੀਆਂ ਮੂਵੀਆਂ ਦੇਖੀਆਂ ਲੱਗਦੀਆਂ ਨੇ ਵੀ। ਬਾਬਾ ਜੀ ਮੈਂ ਕਈ ਗੱਲਾਂ ਸਾਂਝੀਆਂ ਨਹੀਂ ਕਰ ਸਕਦਾ ਜਿਹੜਾ ਜੋ ਕੁਝ ਇਸ ਪੁਲਿਸ ਅਫਸਰ ਨੇ ਕੀਤਾ ਸੀਗਾ। ਦੇਖੋ ਜੀ, ਫਿਰ ਉਹ ਇਹ ਪੰਜਾਬ ਪੁਲਿਸ ਵਾਲੀਆਂ ਮੂਵੀਆਂ ਦੇਖੇ ਦਬਕੇ ਮਾਰਦਾ ਹੋਣਾ ਲੋਕਾਂ ਨੂੰ ਘਰਾਂ ਦੇ ਵਿੱਚ ਜਾ ਕੇ। ਤੇ ਪਰ ਕੋਈ ਗੱਲ ਨਹੀਂ, ਜਦੋਂ ਗਿਲਟੀ ਪਲੀ ਕਰ ਲਈ ਆ ਤੇ ਜਿੱਦਣ ਸਜ਼ਾ ਹੋਊਗੀ ਤੇ ਫਿਰ ਆਪਾਂ ਪਰਤ ਜਿਹੜੀਆਂ ਸਾਰੀਆਂ ਕਰਤੂਤਾਂ ਕੀਤੀਆਂ ਆ ਉਹ ਜ਼ਰੂਰ ਦੱਸਾਂਗੇ, ਕਿਉਂਕਿ ਫਿਰ ਸਾਡਾ ਫਰਜ਼ ਵੀ ਬਣਦਾ ਨਾ ਮੰਚ ਤੇ ਬੈਠ ਕੇ। ਬਿਲਕੁਲ ਜੀ। ਤੇ ਇੱਕ ਗੱਲ ਹੋਰ ਮੰਗਾ ਭਾਜੀ, ਦੇਖੋ ਜਿੱਥੇ ਕਈ ਦੁਕਾਨਾਂ ਦੇ ਵਿੱਚ ਅਸੀਂ ਜਾਂਦੇ ਹਾਂ ਸ਼ਾਪਿੰਗ ਕਰਨ, ਤੇ ਇੱਕ ਟੈਂਪਰੇਚਰ ਚੈੱਕ ਕਰਨ ਲਈ ਛੋਟੀ ਜਿਹੀ ਮਸ਼ੀਨ ਹੁੰਦੀ ਆ। ਕੱਲ ਇੱਕ ਭਦਰਪੁਰ ਜੀ ਟੋਰਾਂਟੋ ਮਾਫ ਕਰਨਾ ਜੀ ਬਰੈਂਪਟਨ ਦੀ ਇੱਕ ਦੁਕਾਨ ਦੇ ਵਿੱਚ ਜਾਂਦਾ ਆ, ਤੇ ਦੁਕਾਨ ਦੇ ਵਿੱਚ ਜਾਂਦਾ ਹੀ ਤੇ ਮੇਰਾ ਖਿਆਲ ਕਿ ਪਾਕਿਸਤਾਨ ਮੂਲ ਦੇ ਜਿਹੜੇ ਸਾਡੇ ਬਜ਼ੁਰਗ ਸੀਗੇ, ਉਹਨਾਂ ਨੇ ਕਿਹਾ ਕਿ ਅੱਗੇ ਖੜੋ ਤਾਂ ਤੁਹਾਡਾ ਟੈਂਪਰੇਚਰ ਚੈੱਕ ਕਰਦੇ ਹਾਂ ਜੀ। ਉਹ ਅੱਗੇ ਹੋਇਆ ਤਾਂ ਜਦੋਂ ਟੈਂਪਰੇਚਰ ਚੈੱਕ ਕਰਨ ਲੱਗਾ ਤਾਂ ਮਸ਼ੀਨ ਖੋ ਕੇ ਨੱਟ ਗਿਆ ਜੀ। ਦੱਸੋ ਜੀ, ਕਿਉਂਕਿ ਕਾਸਕੋ ਚੋਂ $60 ਦੀ ਮਿਲਦੀ ਆ ਤੇ ਵਿਸ਼ ਦੇ ਉੱਤੇ ਤੁਹਾਨੂੰ ਉਹ $5 ਤੋਂ $10 ਦੀ ਮਿਲ ਜਾਂਦੀ ਆ। ਸੋ ਉਹਨੂੰ ਆਪਣੀ ਦੁਕਾਨ ਦੇ ਉੱਤੇ ਚਾਹੀਦੀ ਹੋਣੀ ਆ। ਉਹ ਕਹਿੰਦਾ ਹੋਣਾ ਵੀ ਚਲੋ ਕਿਸੇ ਨੇ ਕਿਹਾ ਹੋਣਾ, ਮੈਂ ਕਹਿੰਦਾ ਖੋ ਕੇ ਲਿਆ ਕੇ ਦਿੰਨਾ। ਕਿਉਂਕਿ ਦੇਖੋ ਜਿਹੜੇ ਕਹਿ ਲਓ ਵੀ ਨਸ਼ਾ ਕਰਦੇ ਆ ਜਾਂ ਇਦਾਂ ਦੀਆਂ ਚੀਜ਼ਾਂ, ਉਹਨਾਂ ਨੂੰ ਨਹੀਂ ਹੁੰਦਾ ਵੀ ਇਹ $5 ਦੀ ਚੀਜ਼ ਆ ਜਾਂ $100 ਦੀ ਆ, ਕਿਸੇ ਦੇ ਕੰਮ ਆਵੇਗੀ ਨਹੀਂ ਆਵੇਗੀ। ਉਹਨਾਂ ਨੇ ਗਾਂਹ ਲਿਆ ਕੇ ਕਿਸੇ ਨਾ ਕਿਸੇ ਨੂੰ ਵੇਚਣ ਦੀ ਕੋਸ਼ਿਸ਼ ਉਹਨੂੰ ਕਰਨੀ ਆ ਜੀ। ਤੇ ਇੱਕ ਖਬਰ ਜਿਹੜੀ ਜੀ ਹੋ ਰਿਹਾ ਮੰਗਾ ਭਾਜੀ, ਇੱਕ ਕਈ ਵਾਰੀ ਨਾ ਜਦੋਂ ਕਹਿੰਦੇ ਸਟਾਰ ਬਣਨਾ ਤੇ ਸਟਾਰ ਬਣਨ ਤੋਂ ਬਾਅਦ ਉੱਥੇ ਜਾ ਕੇ ਰਹਿਣਾ ਬੜਾ ਔਖਾ ਹੁੰਦਾ ਆ। ਤੇ ਇੱਕ ਲੜਕੀ ਸੀ ਜੀ 16 ਸਾਲਾਂ ਦੀ, ਟਿਕਟੌਕ ਤੇ ਬਹੁਤ ਮੂਵੀਆਂ ਉਹਦੀਆਂ ਆਈਆਂ, ਸਟਾਰ ਬਣ ਗਈ ਸੀ ਦਿਨਾਂ ਦੇ ਵਿੱਚ ਹੀ। ਟਿਕਟੌਕ ਸਟਾਰ ਆ ਜੀ। ਟਿਕਟੌਕ ਸਟਾਰ ਜਿਹੜੇ ਆ ਜੀ ਇਹ ਸਿੰਘਾ ਕੱਕੜ ਜਿਹੜਾ ਇਹਨਾਂ ਦਾ ਨਾਂ ਸੀ, ਉਹਨਾਂ ਨੇ ਕੱਲ ਜਿਹੜੀ ਜੀ ਆਤਮ ਹੱਤਿਆ ਕਰ ਲਈ ਆ। ਇਹ ਪਤਾ ਨਹੀਂ ਕਿ ਕਈ ਵਾਰੀ ਬੰਦੇ ਤੋਂ ਸ਼ੋਹਰਤ ਵੀ ਜਿਹੜੀ ਸਾਂਭਣੀ ਹੁੰਦੀ। ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਪਣੇ ਜੀ ਰੰਧਾਵਾ ਮਸੰਨਾ ਤੋਂ ਇੱਕ ਬੱਚਾ ਸੀਗਾ, ਉਹ ਵੀ ਟਿਕਟੌਕ ਸਟਾਰ ਸੀਗਾ ਜੀ। ਤਾਂ
ਇੱਕ ਗੱਲ ਮੰਗਾ ਬਾਜੀ ਦੇਖੋ, ਕਹਿੰਦੇ ਨਾ ਅੱਜ ਕੱਲ ਆਸ਼ਿਕ ਬੜੇ ਆ। ਆਸ਼ਿਕ ਬਣਨ ਤੋਂ ਬਾਅਦ ਜੇ ਮਾੜੀ ਮੋਟੀ ਨਹੀਂ ਨਿਭਦੀ ਤੇ ਜਾਂ ਕੁੜੀ ਮਰ ਜਾਂਦੀ ਹੈ ਜਾਂ ਮੁੰਡਾ ਮਰ ਜਾਂਦਾ ਹੈ। ਇਸ ਮੁੰਡੇ ਨੇ ਵੀ ਸਾਡੇ ਬਿਲਕੁਲ ਗੁਆਂਢ ਦੇ ਪਿੰਡ ਵਿੱਚ ਹੀ ਆ ਜੀ, ਗਦਾਈਪੁਰ, ਉੱਥੇ ਦੀ ਕੋਈ ਕੁੜੀ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਕੁੜੀ ਨੇ ਥੋੜੀ ਜਿਹੀ ਬੈਕਅਪ ਹੋਈ, ਕੁਝ 100 ਮਜਬੂਰੀਆਂ ਹੁੰਦੀਆਂ, ਆਸ਼ਿਕ ਹੁੰਦੇ ਨੇ, ਆਸ਼ਿਕ ਹੋ ਗਿਆ ਨਾ, ਆਸ਼ਿਕ ਤਾਂ ਹੋਈ ਨਹੀਂ। ਤੇ ਉਹ ਇੰਨੀ ਕੀ ਗੱਲ ਤੋਂ ਜੀ ਉਹਨੇ 18 ਸਾਲ ਦਾ ਉਹ ਬੱਚਾ ਤੇ ਜਿਹਨੇ 18-19 ਸਾਲ ਦਾ ਉਹਨੇ ਜੀ ਖੁਦਕੁਸ਼ੀ ਕਰ ਲਈ ਆ। ਤੇ ਇੱਕ ਗੱਲ ਹੋਰ ਮੰਗਾ ਭਾਜੀ, ਪ੍ਰੋਗਰਾਮ ਤਾਂ ਵੈਸੇ ਇਸ ਗੱਲ ਤੇ ਅਸੀਂ ਕਰਨਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਅਸੀਂ ਤੁਹਾਡੇ ਰੂਬਰੂ ਕਰਾਂਗੇ ਦੋਨੀ ਬੋਰ, ਝੋਲੀ ਚੁੱਕ ਤੇ ਪ੍ਰੋਗਰਾਮ ਕਰਨਾ ਜੀ। ਕਿ ਝੋਲੀ ਚੁੱਕ ਕੇ ਜਿਹੜੇ ਸਾਨੂੰ ਵੀ ਇੱਕ ਮਿਲੇ ਸੀ 1-2 ਵੀਕ ਪਹਿਲਾਂ, ਉਹਨਾਂ ਤੇ ਇੱਕ ਖਾਸ ਪ੍ਰੋਗਰਾਮ ਤੁਹਾਡੇ ਤੇ ਆਵਾਂਗੇ। ਤੁਹਾਡੀਆਂ ਕਾਲਾਂ ਜ਼ਰੂਰ ਉਦੋਂ ਲੈਣੀਆਂ ਕਿ ਇਹਨਾਂ ਦਾ ਕੀ ਕੀਤਾ ਜਾ ਸਕੇ। ਬਿਲਕੁਲ ਜੀ। ਝੋਲੀ ਚੁੱਕ ਕਹਿੰਦੇ ਝੋਲੀ ਚੁੱਕ ਬਨਾਮ ਭੰਡ ਪਾਉਣਾ, ਤੇ ਇਹਨਾਂ ਦਾ ਕੀ ਕਰੀਏ। ਇਹ ਇੱਕ ਖਾਸ ਪ੍ਰੋਗਰਾਮ ਮੇਰੇ ਤੋਂ ਬੜਾ ਵੱਡਾ ਅੱਜ ਸਾਡੇ ਬੜੇ ਸਤਿਕਾਰਯੋਗ ਹੈ ਜੀ ਰਾਮੂ ਵਾਲੀ ਫੈਮਿਲੀ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਸੀ ਤਾਂ ਕਹਿੰਦੇ ਸੀ ਕੋਈ ਨਹੀਂ, ਇਹਨਾਂ ਦਾ ਇਲਾਜ ਉਹਨਾਂ ਨੇ ਅੱਜ ਮੈਨੂੰ ਭੇਜ ਦਿੱਤਾ ਤੇ ਝੋਲੀ ਚੁੱਕਾਂ ਦਾ ਇਲਾਜ ਕਰਾਂਗੇ। ਅਗਲੀ ਵੀਕ ਜਿਹੜਾ ਅਸੀਂ ਪ੍ਰੋਗਰਾਮ ਕਰਨਾ ਕੱਲ ਸਵੇਰੇ ਇੰਤਜ਼ਾਰ ਰੇਡੀਓ ਤੇ ਅਸੀਂ ਦੋਨੋਂ ਵੀਰ ਤੁਹਾਡੇ ਰੂਬਰੂ ਹੋਵਾਂਗੇ ਸਵੇਰੇ 9 ਤੋਂ 10। ਇੰਤਜ਼ਾਰ ਰੇਡੀਓ ਨੂੰ ਵੀ ਤੁਸੀਂ ਜਿਸ ਤਰ੍ਹਾਂ ਪਿਆਰ ਦਿੰਦੇ ਰਹੋ, ਸਵੇਰੇ 9 ਤੋਂ 10 ਤੁਹਾਡੀਆਂ ਇਸੇ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਦੋਨੋਂ ਵੀਰ ਵਿਜ਼ਨ ਪੰਜਾਬ ਤੇ ਉਹਦੇ ਤੇ ਜੁੜਾਂਗੇ। ਤੇ ਨਾਲ ਹੀ ਕੱਲ ਸ਼ਾਮ ਦੇ ਜਿਹੜੇ ਪ੍ਰੋਗਰਾਮ ਆ ਵਿਨੀਪੈਗ ਤੋਂ ਹੋਣਗੇ ਲਾਈਵ, ਤੇ ਉਹਨਾਂ ਨੂੰ ਵੀ ਤੁਸੀਂ ਜਿਹੜਾ ਵਾਚ ਕਰਿਓ ਜਰੂਰ ਤੇ ਪਿਆਰ ਦਿੰਦੇ। ਇੱਕ ਤਾਂ ਪਹਿਲਾਂ ਜਿਹੜੀ ਪਹਿਲੀ ਆਪਾਂ ਬਾਤ ਪਾਈ ਸੀ ਉਹਦੇ ਪਹਿਲੇ ਵਿਨਰ ਦਾ ਨਾਮ ਦੱਸ ਦਿਓ ਕੀ ਹੈ ਜੀ। ਸੁਖਵਿੰਦਰ। ਹਾਂਜੀ, ਸੁਖਵਿੰਦਰ ਸਿੰਘ ਹੈ ਜੀ। ਤੁਹਾਡੇ ਜਿਹੜੇ ਲਾਸਟ 4 ਡਿਜਿਟ ਆ ਜੀ ਉਹ 5552 ਆ, 5552 ਜਸਵਿੰਦਰ ਸਿੰਘ। ਤੁਸੀਂ ਜਿਹੜਾ ਜੀ ਸਵੀਟ ਮਹਿਲ ਰੈਸਟੋਰੈਂਟ ਜਿਹੜਾ ਹੈ ਜੀ, ਤੁਹਾਨੂੰ ਪਤਾ ਹੈ ਆਪਣੇ ਰੈਕਸਡੇਲ ਬੁੱਲੇਵਾਰਡ ਦੇ ਉੱਪਰ ਆ ਜੀ, ਬਿਲਕੁਲ। ਹਾਂਜੀ, ਹਾਈਵੇ 427 ਦੇ ਕੋਲ ਆ ਬਿਲਕੁਲ। ਤੁਸੀਂ ਉੱਥੇ ਜਾ ਕੇ ਵਿਜ਼ਨ ਪੰਜਾਬ ਟੀਵੀ ਦਾ ਹਵਾਲਾ ਦੇ ਦੇਣਾ ਆ ਤੇ ਤੁਸੀਂ ਉੱਥੇ ਸੁੱਖੇ ਵੀਰੇ ਦੇ ਨਾਲ ਗੱਲ ਕਰ ਲੈਣੀ ਹੈ ਜੀ। ਤੁਹਾਨੂੰ ਜਿਹੜੀ ਵੀ ਥਾਲੀ ਤੁਸੀਂ ਵੈਜ ਜਾਂ ਨਾਨ ਵੈਜ ਪੈਕ ਕਰਵਾ ਲੈਣੀ ਆ ਵਿਜ਼ਨ ਪੰਜਾਬ ਟੀਵੀ ਦਾ ਹਵਾਲਾ ਦੇ ਕੇ। ਤੇ ਇੱਕ ਥਾਲੀ ਜਿਹੜੀ ਆ ਜੀ ਉਹ ਕਲੇ ਓਵਨ ਤੋਂ ਸਾਡੇ ਭੈਣ ਜੀ ਜਿਹੜੇ ਆ ਉਹਨਾਂ ਦੀ ਕਾਲ ਆਈ ਸੀ, ਦਵਿੰਦਰ। ਓਕੇ, ਮੈਂ ਨਾਂ ਲੈ ਦਿੰਦਾ ਜੀ, ਤੁਸੀਂ ਦੱਸ ਦਿਓ ਕੀ ਆਪਾਂ ਦੇਣਾ ਆ। ਪਹਿਲੀ ਕਾਲ ਜਿਹੜੀ ਸੀਗੀ ਜੀ ਸੁਖਵਿੰਦਰ ਹੋਣਾ ਦੀ। ਹਾਂਜੀ, ਇੱਕ ਆਪਾਂ ਇੱਥੇ ਦੇ ਦੇਣੀ ਆ, ਇੱਕ ਵਿਨੀਪੈਗ ਵਾਲੇ ਨੂੰ ਦੇਣੀ ਆ। ਤੇ ਵਿਨੀਪੈਗ ਮੇਰੇ ਖਿਆਲ ਦਵਿੰਦਰ ਭੈਣ ਜੀ ਦੀ ਕਾਲ ਸੀਗੀ। ਦਵਿੰਦਰ ਭੈਣ ਜੀ ਉਹਨਾਂ ਦੀ ਕਾਲ ਸੀਗੀ। ਹਾਂਜੀ, ਤਾਂ ਦਵਿੰਦਰ ਜੀ ਤੁਸੀਂ ਵਿਨੀਪੈਗ ਕਲੇ ਓਵਨ ਰੈਸਟੋਰੈਂਟ ਤੋਂ ਜਿਹੜੀ ਆਪਣੀ ਵੈਜ ਜਾਂ ਨਾਨ ਵੈਜ ਥਾਲੀ ਜਿਹੜੀ ਆ ਉਹ ਤੁਸੀਂ ਜਾ ਕੇ ਵਿਜ਼ਨ ਪੰਜਾਬ ਟੀਵੀ ਦਾ ਹਵਾਲਾ ਦੇ ਕੇ ਜਿਹੜੀ ਆ ਉਹ ਲੈ ਲੈਣੀ ਆ। ਸੋ ਪਲੀਜ਼ ਤੁਸੀਂ ਜਿਹੜਾ ਜੀ ਜਾਇਓ ਜ਼ਰੂਰ, ਕਿਉਂਕਿ ਖਾਣੇ ਜਿਹੜੇ ਆ ਜੀ ਦੋਨੇ ਹੀ ਰੈਸਟੋਰੈਂਟਾਂ ਦੇ ਲਾਜਵਾਬ ਨੇ। ਤੇ ਇੱਕ ਕਾਲ ਜਿਹੜੀ ਸੀਗੀ ਜੀ ਅਵਤਾਰ ਉਹਨਾਂ ਦੀ। ਹਾਂਜੀ, ਅਵਤਾਰ ਉਹਨਾਂ ਦਾ ਨੰਬਰ ਜਿਹੜਾ ਲਾਸਟ ਸੀਗਾ ਮੰਗਾ ਭਾਜੀ ਉਹ ਸੀਗਾ 1068 ਤੇ ਉਸ ਤੋਂ ਬਾਅਦ ਸੀਗਾ ਜੀ ਸੰਦੀਪ। ਹਾਂਜੀ, ਨਹੀਂ ਪਰ ਆਪਾਂ ਥਾਲੀਆਂ ਜਿਹੜੀਆਂ ਸਾਰਿਆਂ ਨੂੰ ਨਹੀਂ ਦੇਣੀਆਂ ਨੇ। ਨਹੀਂ, ਸਾਰਿਆਂ ਨੂੰ ਅੱਜ 5 ਦੇ 5 ਨੂੰ ਖਿਲਾਓ ਜੀ, ਕੋਈ ਗੱਲ ਨਹੀਂ। ਸਾਰਿਆਂ ਨੂੰ ਦੇਣੀਆਂ। ਤੇ ਇੱਕ ਜਿਹੜੀ ਕਾਲ ਸੀਗੀ ਜੀ 1068 ਮੇਰਾ ਖਿਆਲ ਇਹ ਸੀਗੀ ਤਾਰੀ ਵੀਰੇ ਦੀ ਕਾਲ, ਸਪਲੈਂਡ ਬਿਊਟੀ ਸਲੂਨ ਤੋਂ। ਮੈਂ ਤਾਂ ਹੀ ਕਿਹਾ ਸੀ ਕਿ ਨੰਬਰ ਬੜਾ ਜਾਣਿਆ ਪਛਾਣਿਆ 1068 ਜਿਹੜਾ ਹੈ ਜੀ। ਦੇਖ ਲਓ ਮੇਰਾ ਕਸਟਮਰ ਹੈ ਜੀ, ਮੈਨੂੰ 10 ਨਾਮ ਤੋਂ ਵੀ ਪਤਾ 10। ਲਓ ਜੀ, ਫਿਰ ਜਸਵਿੰਦਰ ਸਿੰਘ ਜਿਨ੍ਹਾਂ ਨੇ ਬਾਤ ਪਾਈ ਸੀ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਸੋ ਤੁਸੀਂ ਵੀ ਜਿਹੜੀ ਆ ਜੀ ਕਾਲ ਕਰਕੇ ਜਿਹੜਾ ਜਾਂ ਤੁਸੀਂ ਉੱਥੇ ਪਹੁੰਚ ਕੇ ਜਿਹੜਾ ਜੀ ਆਪਣੀ ਥਾਲੀ ਲੈ ਸਕਦੇ ਹੋ। ਤੇ ਆਪਣਾ ਨੰਬਰ ਜਿਹੜਾ ਜੀ ਉੱਥੇ ਜਾ ਕੇ ਦੱਸਣਾ ਪੈਣਾ ਇਹਨਾਂ ਨੂੰ। ਹਾਂਜੀ, ਫਿਰ ਇਦਾਂ ਦੱਸ ਦਿੰਦੇ ਆ ਜੀ ਵੀ ਜਿਹੜੇ ਤਾਂ ਪਰਿਵਾਰਾਂ ਨੇ ਇੱਥੋਂ ਜਿਹੜੇ ਟੋਰਾਂਟੋ ਸਟੂਡੀਓ ਦੇ ਨਾਲ ਕਨੈਕਟਡ ਪਰਿਵਾਰ ਸੀਗੇ ਉਹ ਸਵੀਟ ਮਹਿਲ ਦੇ ਉੱਤੇ ਜਾਣ ਕੇ ਆਪਣੀ ਥਾਲੀ ਲੈ ਸਕਦੇ ਆ। ਤੇ ਜਿਹੜੇ ਪਰਿਵਾਰ ਵਿਨੀਪੈਗ ਤੋਂ ਜਿਨ੍ਹਾਂ ਨੇ ਕਾਲ ਕੀਤੀ ਆ ਸੋ ਉਹ ਵਿਨੀਪੈਗ ਕਲੇ ਓਵਨ ਰੈਸਟੋਰੈਂਟ ਤੋਂ ਜਿਹੜਾ ਜੀ ਜਾ ਕੇ ਲੈ ਸਕਦੇ ਆ। ਤੇ ਬਹੁਤ ਜਲਦ ਜਿਹੜਾ ਜੀ ਤੁਹਾਡੇ ਨਾਲ ਅਸੀਂ ਕਨੈਕਟਡ ਕੈਲਗਰੀ ਤੇ ਐਡਮਿੰਟਨ ਨੂੰ ਵੀ ਕਰ ਦਿਆਂਗੇ ਤੇ ਵੈਨਕੂਵਰ ਨੂੰ ਵੀ ਜਿਹੜਾ ਬਹੁਤ ਜਲਦ ਕਨੈਕਟਡ ਕਰ ਦਿਆਂਗੇ ਜਿੱਥੇ ਵੀ ਤੁਸੀਂ ਬੈਠੇ ਹੋਏ। ਬਿਲਕੁਲ ਜੀ। ਔਰ ਤੁਸੀਂ ਮੈਂ ਜਿਹਦਾ ਨਾਂ ਤੁਸੀਂ ਲੈਤਾ ਜੀ ਅਵਤਾਰ ਤਾਰੀ ਵੀਰੇ ਦਾ, ਤੁਸੀਂ ਵੀ ਥਾਲੀ ਜਿਹੜੀ ਤਾਰੀ ਵੀਰੇ ਲੈ ਸਕਦੇ ਆ। ਤੁਹਾਨੂੰ ਲੈਣੀ ਪਰ ਪੈਣੀ ਹੈ ਜੀ ਸਵੀਟ ਮਹਿਲ ਤੋਂ, ਤੇ ਨੰਬਰ ਵੀ ਮੈਂ ਸਵੀਟ ਮਹਿਲ ਦਾ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਜੀ। ਤੇ ਉਸ ਤੋਂ ਬਾਅਦ ਸੰਦੀਪ 3820 ਤੁਸੀਂ ਵੀ ਜਿਹੜੀ ਹੈ ਜੀ ਥਾਲੀ ਵੈਜੀ ਜਾਂ ਨਾਨ ਵੈਜੀ ਸਵੀਟ ਮਹਿਲ ਤੋਂ ਲੈ ਸਕਦੇ ਆ। ਤਾਂ ਲਾਸਟ ਦੇ ਵਿੱਚ ਸੀਗਾ ਜੀ ਜਸਵਿੰਦਰ 2093। ਜਸਵਿੰਦਰ ਭਾਜੀ ਤੁਸੀਂ ਵੀ ਜਿਹੜਾ ਜੀ ਉੱਥੇ ਜਾ ਕੇ ਥਾਲੀ ਲੈ ਸਕਦੇ ਆ। ਤੇ ਤੁਸੀਂ ਜੇ ਅਗਰ ਕਾਲ ਕਰਨੀ ਹੈ ਨਾ ਸਵੀਟ ਮਹਿਲ ਤੇ, ਤਾਂ ਸਵੀਟ ਮਹਿਲ ਦਾ ਨੰਬਰ ਹੈ ਜੀ 416679 ਮਾਫ ਕਰਨਾ ਮੈਂ ਸੁੱਖੇ ਵੀਰੇ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਨ ਲੱਗ ਪਿਆ ਜੀ। ਸੁੱਖੇ ਵੀਰੇ ਦਾ ਨੰਬਰ ਹੈ ਜੀ 6472048710 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਤੇ ਥਾਲੀ ਤੁਸੀਂ ਜਰੂਰ ਜੀ, ਅਗਰ ਤੁਸੀਂ ਰਹਿੰਦੇ ਆ ਮਾਲਟਨ ਜਾਂ ਰੈਕਸਡੇਲ ਕਿਤੇ ਵੀ, ਤਾਂ ਥਾਲੀ ਇਹ ਜਰੂਰ ਲੈ ਲਿਓ। ਸਮਾਂ ਸਾਡਾ ਬਿਲਕੁਲ ਸਮਾਪਤੀ ਵੱਲ ਆ ਤੇ ਇਸ ਦੀ ਤਰ੍ਹਾਂ ਦਾ ਜਿਹੜਾ ਹਲਕਾ ਫੁਲਕਾ ਪ੍ਰੋਗਰਾਮ ਆ ਇੱਕ ਦਿਨ ਵੀਕ 'ਚ ਮੰਗੇ ਭਾਜੀ ਨੇ ਜਿਸ ਤਰ੍ਹਾਂ ਕਿਹਾ ਸੀ ਜਰੂਰ ਤੁਹਾਡੇ ਨਾਲ ਕਰਿਆ ਕਰਾਂਗੇ, ਕਿਉਂਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਦਾ। ਬਿਲਕੁਲ ਜੀ, ਬਿਲਕੁਲ।
ਤੇ ਲਈਏ ਛੁੱਟੀ ਇਜਾਜ਼ਤ, ਹਾਂ ਜੀ, ਛੁੱਟੀਆਂ। ਤੇ ਕੱਲ ਸਵੇਰੇ ਜੀ ਜਰੂਰ ਇੰਤਜ਼ਾਰ ਰੇਡੀਓ ਦੇ ਨਾਲ ਜੁੜਿਓ ਔਰ ਸਾਡੀ ਫੇਸਬੁੱਕ ਦੋਨੋਂ ਵੀਰਾਂ ਦੀ ਵਿਜ਼ਨ ਪੰਜਾਬ ਟੀਵੀ ਦੀ ਫੇਸਬੁੱਕ ਜਾਂ ਫਿਰ ਨਰਿੰਦਰ ਜਸਵਾਲ ਤੇ ਜਾਂ ਫਿਰ ਟੋਨੀ ਜਹਲ ਇਹਨਾਂ ਫੇਸਬੁੱਕਾਂ ਤੇ ਵੀ ਪ੍ਰੋਗਰਾਮ ਜਿਹੜਾ ਸੁਣ ਸਕਦੇ ਆ। ਮੰਗਾ ਭਾਜੀ ਜਿਹੜੀ ਤੁਸੀਂ ਬਾਤ ਪਾਈ ਸੀਗੀ ਉਹਦਾ ਆਨਸਰ ਮੈਨੂੰ ਮੇਰੇ ਬੜੇ ਖਾਸ ਮੇਰੇ ਬੜੇ ਦਿਲ ਦੇ ਕਰੀਬ ਮੇਰੇ ਯਾਰਾਂ ਦੋਸਤਾਂ ਨੇ ਭੇਜਿਆ ਜੀ ਕਿ ਉਹਦਾ ਤੁਹਾਡੇ ਕੁਐਸਚਨ ਦਾ ਜਿਹੜਾ ਜਵਾਬ ਭਾਬੀ ਤੇ ਨਹੀਂ ਸੀ। ਭਾਬੀ ਹਾਂਜੀ, ਜਿਹੜਾ ਤੁਸੀਂ ਕੁਐਸਚਨ ਕੀਤਾ ਨਹੀਂ ਹਜੇ ਦੱਸਣਾ ਨਹੀਂ ਆ, ਦੱਸਣਾ ਨਹੀਂ। ਅਗਲੀ ਚੱਲ ਕੇ ਪ੍ਰੋਗਰਾਮਾਂ ਦੇ ਵਿੱਚ ਫਿਰ ਪੂਰਾ ਰਿਸ਼ਤੇਦਾਰ ਪਰਤਦਾਰ ਪਰਤ ਫਰੋਲਾਂਗੇ। ਬਿਲਕੁਲ ਜੀ, ਕੋਈ ਬਾਤ ਨਹੀਂ। ਤੁਹਾਡਾ ਜੇ ਸਹੀ ਹੋਇਆ ਤਾਂ ਤੁਹਾਨੂੰ ਵੀ 2-3 ਥਾਲੀਆਂ ਇਕੱਠੀਆਂ ਖਿਲਾਵਾਂਗੇ ਆਪਾਂ, ਕੋਈ ਪ੍ਰੋਬਲਮ ਨਹੀਂ। ਹੱਸਣਾ ਜ਼ਿੰਦਗੀ ਹੈ, ਹੱਸਣਾ ਜ਼ਿੰਦਗੀ ਹੈ, ਹੱਸ ਕੇ ਗਮ ਭੁਲਾਉਣਾ ਜ਼ਿੰਦਗੀ ਹੈ, ਜਿੱਤ ਕੇ ਹੱਸੇ ਤਾਂ ਕੀ ਹੱਸੇ, ਹਾਰ ਕੇ ਖੁਸ਼ੀਆਂ ਮਨਾਉਣਾ ਜ਼ਿੰਦਗੀ ਹੈ। ਇਹਨਾਂ ਚੰਦ ਸਤਰਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਤੁਹਾਡੇ ਕੋਲੋਂ ਸਮਾਪਤ ਕਰਨ ਦੀ ਆਗਿਆ ਮੰਗਦੇ ਹਾਂ। ਸਾਨੂੰ ਦੋਨੋਂ ਵੀਰਾਂ ਨੂੰ ਇੱਥੇ ਦਿਓ ਛੁੱਟੀਆਂ ਤੇ ਕੱਲ ਸਵੇਰੇ ਫਿਰ ਰੱਬ ਨੇ ਚਾਹਿਆ ਤਾਂ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੈਵ ਅ ਗ੍ਰੇਟ ਵੀਕਐਂਡ ਤੇ ਵਿਜ਼ਨ ਪੰਜਾਬ ਟੀਵੀ ਨੂੰ ਇਸੇ ਤਰ੍ਹਾਂ ਵਾਚ ਕਰਦੇ ਰਹੋ ਤੇ ਪਿਆਰ ਦਿੰਦੇ ਰਹੋ ਹਰ ਕਦਮ। ਵਿਜ਼ਨ ਪੰਜਾਬ ਟੀਵੀ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਤੇ ਇਸੇ ਤਰ੍ਹਾਂ ਦੇਖਦੇ ਰਹੋ ਹਰ ਕਦਮ ਤੁਹਾਡੇ ਨਾਲ। ਥੈਂਕ ਯੂ ਵੈਰੀ ਮਚ ਐਂਡ ਸਤਿ ਸ੍ਰੀ ਅਕਾਲ।